ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਹੈ। ਮੇਰੀ ਬੇਨਤੀ ਹੈ ਕਿ 18 ਮਾਰਚ ਤੋਂ ਲੈ ਕੇ ਪੰਜਾਬ ਦੇ ਵਿੱਚ ਇਹ ਜਿਹੜਾ ਸਾਰਾ ਫੜੋ ਫੜਾਈ ਦਾ ਦਹਿਸ਼ਤ ਦਾ ਜਿਹੜਾ ਸਰਕਾਰ ਦਾਅਵਾ ਕਰ ਰਹੀ ਹੈ ਕਿ ਬਹੁਤ ਵੱਡਾ ਅਸੀਂ ਕੋਈ ਆਪਰੇਸ਼ਨ ਕੀਤਾ, ਅੱਜ ਉਸ ਸਾਰੀ ਘਟਨਾ ਨੂੰ 10 ਦਿਨ ਦੇ ਕਰੀਬ ਜਿਹੜੇ ਆ ਉਹ ਨਿਕਲ ਚੁੱਕੇ ਆ। ਪਹਿਲਾਂ ਵੀ ਅਸੀਂ ਆਪਣਾ ਪੱਖ ਇਹਦੇ 'ਤੇ ਦਿੱਤਾ ਸੀ। ਜਿਹੜੀ ਨਿਰਦੋਸ਼ ਨੌਜਵਾਨਾਂ ਦੀ, ਅੰਮ੍ਰਿਤਧਾਰੀ ਨੌਜਵਾਨਾਂ ਦੀ ਖਾਸ ਕਰਕੇ ਜਿਹੜੀਆਂ ਗ੍ਰਿਫਤਾਰੀਆਂ ਦਾ ਮੁੱਦਾ ਸੀ, ਉਹਦੇ ਉੱਤੇ ਵੀ ਅਸੀਂ ਖੁੱਲ੍ਹ ਕੇ ਪਹਿਲਾਂ ਆਪਣੇ ਵਿਚਾਰ ਰੱਖੇ ਸੀ, ਉਹਦਾ ਵਿਰੋਧ ਕੀਤਾ ਸੀ। ਸ਼੍ਰੋਮਣੀ ਅਕਾਲੀ ਦਲ ਨੇ, ਲੀਗਲ ਵਿੰਗ ਨੇ ਵਕੀਲਾਂ ਦੀ ਟੀਮ ਵੀ ਬਣਾਈ ਸੀ, ਜਿਹਨੇ ਬੜੀ ਮਿਹਨਤ ਕਰਕੇ ਕਾਫੀ ਨੌਜਵਾਨਾਂ ਨੂੰ ਰਿਲੀਫ ਵੀ ਦਵਾਇਆ। ਪਰ ਅਸੀਂ ਬਾਕੀ ਗੱਲਾਂ ਕਹਿਣ ਤੋਂ ਥੋੜ੍ਹਾ ਗੁਰੇਜ਼ ਕੀਤਾ ਸੀ ਕਿ ਅਸੀਂ ਚਾਹੁੰਦੇ ਸੀ ਕਿ ਸਰਕਾਰ ਜਿਹੜੀ ਹੈ ਘੱਟੋ ਘੱਟ ਆਪ ਹੁਣ ਇੰਨਾ ਸਮਾਂ ਹੋ ਗਿਆ ਤੇ ਸਾਰੇ ਹਾਲਾਤ ਦੇ ਉੱਤੇ ਕੀ ਪ੍ਰਾਪਤੀ ਹੋਈ ਸਰਕਾਰ ਨੂੰ, ਕਿਸ ਕਾਰਨਾਂ ਕਰਕੇ ਐਡਾ ਵੱਡਾ ਇਹ ਆਪਰੇਸ਼ਨ ਕਰਨਾ ਪਿਆ, ਇਹਦੇ ਬਾਰੇ ਕੁਝ ਜਾਣਕਾਰੀ ਦੇਗੀ। ਪਰ ਮੈਨੂੰ ਅਫਸੋਸ ਹੈ ਕਿ ਜੋ ਕੁਝ ਨਿਕਲਿਆ, ਕਿਉਂਕਿ ਇੱਕ ਨੈਸ਼ਨਲ ਪੱਧਰ ਦੇ ਉੱਤੇ ਐਡਾ ਵੱਡਾ ਛੜਯੰਤਰ ਰਚਿਆ ਗਿਆ ਸੀ, ਇੰਟਰਨੈਟ ਬੰਦ ਕਰਕੇ, ਪੈਰਾਮਿਲਟਰੀ ਫੋਰਸਿਸ ਲਗਾ ਕੇ, ਚੱਪੇ ਚੱਪੇ 'ਤੇ ਪੁਲਿਸ ਲਗਾ ਕੇ, ਔਰ ਬੜਾ ਵੱਡਾ ਇੱਕ ਦੇਸ਼ ਦੇ ਵਿੱਚ ਇੰਪ੍ਰੈਸ਼ਨ ਕ੍ਰੀਏਟ ਕੀਤਾ ਸੀ ਕਿ ਪਤਾ ਨਹੀਂ ਪੰਜਾਬ ਦੇ ਵਿੱਚ ਕੀ ਹੋ ਗਿਆ। ਸਾਰੀ ਦੁਨੀਆ ਨੂੰ ਵਹਿਮ ਪੈ ਗਿਆ, ਸਾਰੀ ਦੁਨੀਆ ਦੇ ਵਿੱਚ ਪੰਜਾਬ ਦੀ ਬਦਨਾਮੀ ਹੋ ਗਈ, ਸਿੱਖ ਕੌਮ ਦੀ ਬਦਨਾਮੀ ਹੋ ਗਈ। ਤੇ ਸਾਰਿਆਂ ਨੂੰ ਇਹ ਡਰ ਸੀ ਕਿ ਪਤਾ ਨਹੀਂ ਵਿੱਚੋਂ ਕੀ ਨਿਕਲ ਆਉਣਾ, ਕਿ ਕਿੱਡੀ ਕੋਈ ਵੱਡੀ ਕੋਈ ਗੰਭੀਰ ਸਾਜ਼ਿਸ਼ ਪੰਜਾਬ ਦੇ ਖਿਲਾਫ, ਦੇਸ਼ ਦੇ ਖਿਲਾਫ ਨਿਕਲ ਆਉਣੀ ਹੈ। ਪਰ ਅੱਜ ਜੋ ਸਾਰਾ ਕੁਝ 10 ਦਿਨਾਂ ਦੀ ਕਾਰਗੁਜ਼ਾਰੀ, ਜਿਹੜੇ ਅੰਕੜੇ ਸਰਕਾਰ ਨੇ ਦਿੱਤੇ ਆ, ਉਹਨੂੰ ਵੇਖਣ ਤੋਂ ਬਾਅਦ ਮੈਂ ਕਹਿ ਸਕਦਾ ਕਿ 353 ਜਿਹੜੇ ਆ ਟੋਟਲ ਨੌਜਵਾਨ ਜਿਹੜੇ ਆ ਉਹ ਹੁਣ ਤੱਕ ਪੁਲਿਸ ਨੇ ਗ੍ਰਿਫਤਾਰ ਕੀਤੇ ਆ, ਜਿਹੜਾ ਡੀਜੀਪੀ ਸਾਹਿਬ ਨੇ ਕੱਲ੍ਹ ਵੇਰਵਾ ਦਿੱਤਾ। ਤੇ 197 ਉਹ ਕਹਿੰਦੇ ਜੀ ਵਿੱਚੋਂ ਛੱਡ ਦਿੱਤੇ, ਜਿਨ੍ਹਾਂ ਨੂੰ ਕਹਿੰਦੇ ਕਿ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀ। ਹਾਲਾਂਕਿ ਇੱਕ ਗੱਲ ਮੈਂ ਹੁਣੇ ਕਹਿ ਦੇਣੀ ਚਾਹੁੰਦਾ ਕਿ ਉਹ ਜ਼ਮਾਨਤਾਂ ਲੈ ਕੇ ਛੱਡੇ ਆ, ਉਹਨਾਂ ਦੇ ਕੇਸ ਵਿਡਰਾ ਹੋਣੇ ਚਾਹੀਦੇ ਆ, ਕਿਉਂਕਿ ਉਹਨਾਂ ਦਾ ਕਸੂਰ ਕੋਈ ਨਹੀਂ ਸੀ। ਤੁਸੀਂ ਗੱਲ ਨੂੰ ਵੱਡੀ ਕਰਨ ਵਾਸਤੇ, ਦਹਿਸ਼ਤ ਪਾਉਣ ਵਾਸਤੇ ਫੜੇ ਸੀ। ਜਦੋਂ ਹੁਣ ਤੁਸੀਂ ਮੰਨ ਲਿਆ ਕਿ ਇਹਨਾਂ ਦੇ ਖਿਲਾਫ ਕੋਈ ਗੰਭੀਰ ਕੇਸ ਨਹੀਂ ਹੈ, ਤੇ ਜਿਹੜਾ ਤੁਸੀਂ 751 ਜੋ ਵੀ ਧਾਰਾ ਲਾਈ ਸੀ, ਉਹ ਇਹਨਾਂ ਨੂੰ ਹੁਣ ਸਾਫ਼-ਸਾਫ਼ ਇਹਨਾਂ ਦੇ ਨਾਮ ਦੇ ਉੱਤੇ ਜਿਹੜਾ ਧੱਬਾ ਲਾਇਆ ਉਹ ਵੀ ਲਾ ਦੇਣਾ ਚਾਹੀਦਾ। ਉਹ ਇਹਨਾਂ ਦਾ ਕੇਸ ਹੀ ਵਾਪਸ ਕਰ ਲੈਣੇ ਚਾਹੀਦੇ ਆ। ਸਰਕਾਰ ਨੂੰ ਹੋਰ ਹੁਣ ਇਸ ਪਾਸੇ ਹੱਥ ਨਹੀਂ ਕਰਨਾ ਚਾਹੀਦਾ। ਇਸ ਕਰਕੇ ਇੱਕ ਤਾਂ ਉਹ ਬੇਨਤੀ ਕਰਦਾ। ਦੂਜੀ ਗੱਲ ਹੈ ਕਿ 40 ਦੇ ਖਿਲਾਫ ਡੀਜੀਪੀ ਸਾਹਿਬ ਨੇ ਕੱਲ੍ਹ ਕਿਹਾ ਕਿ ਕੁਝ ਕੇਸ ਹੈਗੇ ਨੇ, ਉਹ ਵੀ ਅਸੀਂ ਚਾਹਾਂਗੇ ਕਿ ਉਹਦੇ ਪ੍ਰੋਪਰ ਵੇਰਵੇ ਜੇ ਜਨਤਕ ਕਰ ਦਿੱਤੇ ਜਾਣ, ਤਾਂ ਜੋ ਪਤਾ ਲੱਗ ਜਾਏ ਕਿ ਕਿਸ ਤਰ੍ਹਾਂ ਦੇ ਗੰਭੀਰ ਉਹ ਕੇਸ ਨੇ। ਪਰ ਇਹਦੇ ਬਾਵਜੂਦ ਵੀ ਇਹ ਹੋ ਗਿਆ ਕਿ 156 ਹੋਰ ਨੇ ਜਿਹੜੇ ਸਰਕਾਰ ਦੇ ਪੁਲਿਸ ਦੇ ਅੰਕੜਿਆਂ ਦੇ ਮੁਤਾਬਕ ਜਿਨ੍ਹਾਂ ਦੇ ਖਿਲਾਫ ਹੋਰ ਕੁਝ ਨਹੀਂ ਹੈ, ਵੀ ਉਹ ਵੀ ਗੱਲ ਵੱਡੀ ਬਣਾਉਣ ਵਾਸਤੇ ਹੀ ਫੜੇ ਹੋਏ ਨੇ। ਉਹ ਵੀ ਮੈਂ ਬੇਨਤੀ ਕਰਦਾ ਕਿ ਉਹ ਜਿਹੜੇ 156 ਨੇ, ਕਿਉਂਕਿ 40 ਦੇ ਉੱਤੇ ਹੀ ਪੁਲਿਸ ਨੇ ਮੰਨਿਆ ਕਿ ਕੋਈ ਥੋੜ੍ਹੇ ਬਹੁਤੇ ਗੰਭੀਰ ਚਾਰਜਸ ਹੈਗੇ ਨੇ, ਤੇ ਫਿਰ ਬਾਕੀ ਜਿਹੜੇ 156 ਨੇ ਉਹ ਹੁਣ ਸਰਕਾਰ ਨੂੰ ਆਪੋ ਆਪਣੇ ਘਰਾਂ ਦੇ ਵਿੱਚ ਭੇਜ ਦੇਣੇ ਚਾਹੀਦੇ ਆ ਬਿਨਾਂ ਕਿਸੇ ਦੇਰੀ ਤੋਂ, ਕਿਉਂਕਿ ਤੁਸੀਂ ਆਪ ਹੀ ਮੰਨੀ ਜਾਂਦੇ ਹੋ। ਇੱਕ ਇਹ ਹੈ ਕਿ 1999 ਤੋਂ ਬਾਅਦ 34 ਸਾਲਾਂ ਬਾਅਦ ਪਹਿਲੀ ਵਾਰੀ ਪੰਜਾਬ ਦੇ ਵਿੱਚ 7 ਨੌਜਵਾਨਾਂ ਤੇ ਪਹਿਲਾਂ NSA ਲੱਗਿਆ ਸੀ, ਇੱਕ ਤੇ ਅੱਜ ਲੱਗਿਆ 1999 ਦੇ ਵਿੱਚ। ਉਸ ਤੋਂ ਬਾਅਦ ਪੰਜਾਬ 'ਚ NSA ਨਹੀਂ ਲੱਗਿਆ। 34 ਸਾਲ ਹੋ ਗਏ।
7 ਨੌਜਵਾਨਾਂ ਤੇ ਪਹਿਲਾਂ ਲੱਗਿਆ ਸੀ ਤੇ ਇੱਕ ਤੇ ਅੱਜ ਹੁਣ ਲੱਗਿਆ। ਤੇ NSA ਲਾਇਆ ਤੁਸੀਂ ਤੇ ਘੱਟੋ ਘੱਟ ਇਹ ਤਾਂ ਦੱਸ ਦਿਓ ਵੀ ਉਹਨਾਂ ਦੇ ਖਿਲਾਫ ਲੱਭਿਆ ਕੀ ਹੈ, ਕਿਉਂਕਿ ਹੁਣ ਤੱਕ ਜਿਹੜੀਆਂ ਪ੍ਰਾਪਤੀਆਂ ਨੇ ਤੁਹਾਡੀਆਂ ਉਹ ਤਾਂ ਉਹੀ ਨੇ ਜਿਹੜੀਆਂ 5-7 ਸਿੰਗਲ ਬੈਰਲ ਜਾਂ ਡਬਲ ਬੈਰਲ ਦੀਆਂ ਬੰਦੂਕਾਂ ਜਿਹੜੀਆਂ ਪਤਾ ਨਹੀਂ ਲਾਇਸੈਂਸੀ ਨੇ ਕਿ ਬਿਨਾਂ ਲਾਇਸੈਂਸ ਨੇ, ਕਿਉਂਕਿ ਉਹ ਤਾਂ ਆਰਮਜ਼ ਐਕਟ ਦਾ ਕੇਸ ਆ। ਜੇ ਸਧਾਰਨ ਕਿਸੇ ਨੇ ਕੋਈ ਨਜਾਇਜ਼ ਵੈਪਨ ਰੱਖਿਆ ਵੀ ਜਾਂ ਨਹੀਂ ਰੱਖਿਆ ਜਾਣਾ ਚਾਹੀਦਾ, ਪਰ NSA ਜੇ 34 ਸਾਲਾਂ ਬਾਅਦ ਦੁਬਾਰਾ ਕਿਸੇ ਤੇ ਪੰਜਾਬ ਦੇ ਵਿੱਚ ਲੱਗਿਆ, ਕਿਉਂਕਿ ਉਹ ਬਾਜੇ ਕੇ ਵਾਲਾ ਪ੍ਰਧਾਨ ਮੰਤਰੀ ਹੈ ਵਿਚਾਰਾ, ਉੱਤੇ ਵੀ ਲੱਗਿਆ। ਹੁਣ ਪੱਠੇ ਵੱਢਣ ਗਏ ਦੇ ਬੰਦੇ ਤੇ NSA ਲੱਗਿਆ ਤੇ ਸਰਕਾਰ ਨੂੰ ਚਾਹੀਦਾ, ਅਸੀਂ ਭਗਵੰਤ ਮਾਨ ਜੀ ਨੂੰ ਬੇਨਤੀ ਕਰਦੇ ਹਾਂ ਕਿ ਇਹ ਪਬਲਿਕ ਜਾਣਨਾ ਚਾਹੁੰਦੀ ਆ ਪੰਜਾਬ ਦੀ, ਦੇਸ਼ ਦੀ, ਕਿ ਐਡਾ ਕਿਹੜਾ ਗੰਭੀਰ ਕੰਮ ਉਹਨਾਂ ਨੇ ਕੀਤਾ ਸੀ, ਕਿਹੜੀ ਵੱਡੀ ਸਾਜ਼ਿਸ਼ ਕੋਈ ਰਚੀ ਸੀ, ਉਹਦੀ ਜਾਣਕਾਰੀ ਤਾਂ ਘੱਟੋ ਘੱਟ ਦਿਓ ਨਾ ਵੀ ਕਿੱਥੇ ਕੋਈ ਬੰਬ ਬਲਾਸਟ ਹੋਇਆ, ਕਿੱਥੇ ਕੋਈ ਵੱਡਾ ਹਾਦਸਾ ਹੋਇਆ, ਕੀ ਹੋਇਆ, ਕਿੱਥੇ ਕੋਈ ਤਾਂ ਗੱਲ ਲੱਭੇ ਨਾ ਵੀ ਜਿਹੜਾ ਤੁਸੀਂ ਲੱਗਿਆ। ਕਿ ਸਿਰਫ ਇਹ ਸੀ ਕਿ ਵੱਡਾ ਇਸ਼ੂ ਬਣਾਉਣਾ ਸੀ, 에ਅਰਫੋਰਸ ਦਾ ਜਹਾਜ਼ ਵਿੱਚ ਪਾਉਣਾ ਸੀ ਤੇ ਉੱਥੇ ਛੱਡਣ ਦਾ ਬਹਾਨਾ ਬਣਾਉਣਾ ਸੀ। ਕਿਉਂਕਿ ਸਰਕਾਰ ਕੰਮ ਕਰੇ, ਜੇ ਸਰਕਾਰ ਨੂੰ ਗਲਤੀ ਲੱਗਦੀ ਹੈ ਕਿਸੇ ਦੇ ਖਿਲਾਫ ਐਕਸ਼ਨ ਲੈਣਾ ਲਵੇ, ਅਸੀਂ ਇਸ ਗੱਲ ਨੂੰ ਨਹੀਂ ਕਹਿੰਦੇ, ਪਰ ਘੱਟੋ ਘੱਟ ਜਾਣਕਾਰੀ ਦੇਣਾ ਇਹ ਤਾਂ ਅਧਿਕਾਰ ਹੈ ਸੰਵਿਧਾਨ ਦੇ ਵਿੱਚ ਸਾਰਿਆਂ ਦਾ, ਕਿ ਜਿਹਨਾਂ ਨੂੰ ਫੜਿਆ, ਕਿਉਂਕਿ ਇਹਦਾ ਮਾੜਾ ਅਸਰ ਪੈ ਰਿਹਾ ਸਾਰੀ ਦੁਨੀਆ ਦੇ ਵਿੱਚ, ਸਾਰੇ ਦੇਸ਼ ਦੇ ਵਿੱਚ, ਪੰਜਾਬ ਦਾ ਔਰ ਖਾਸ ਕਰਕੇ ਸਿੱਖ ਨੌਜਵਾਨਾਂ ਦਾ। ਤੇ ਹਾਲੇ ਤੱਕ ਗਰੇਜ ਕਿਉਂ ਹੈ ਕਿ ਉਹਨਾਂ ਬਾਰੇ ਜਿਹੜਾ ਤੁਸੀਂ ਦੱਸਦੇ ਕਿਉਂ ਨਹੀਂ ਵੀ ਐਡਾ ਕਿਹੜਾ ਗੰਭੀਰ ਕੰਮ ਸੀ ਜਿਹੜਾ ਉਹਨਾਂ ਨੇ ਕੀਤਾ, ਜਿਹਦੇ ਵਾਸਤੇ ਤੁਸੀਂ ਹਾਲੇ ਤੱਕ ਜਿਹੜੀ ਹੈ ਉਹ ਸਾਨੂੰ ਡਿਟੇਲ ਨਹੀਂ ਦੱਸ ਕਰ ਸਕਦੇ। ਇਸ ਕਰਕੇ ਮੈਂ ਸਮਝਦਾ ਕਿ ਬਿਨਾਂ ਕਾਰਨ ਤੋਂ ਐਡੀ ਵੱਡੀ ਦਹਿਸ਼ਤ ਪਾਈ ਗਈ, ਬਦਨਾਮੀ ਹੋਈ ਪੰਜਾਬ ਦੇ ਵਿੱਚ, ਇੰਟਰਨੈਟ ਬੰਦ ਕੀਤਾ ਗਿਆ, ਕਾਰੋਬਾਰ ਪੰਜਾਬ ਦੇ ਠੱਪ ਹੋ ਗਏ ਆ, ਇਨਵੈਸਟਮੈਂਟ ਦਾ ਮਾਹੌਲ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਉਹ ਖਤਮ ਹੋ ਗਿਆ। ਇਸ ਤੋਂ ਸਿਵਾਏ ਇਸ ਸਾਰੇ ਆਪਰੇਸ਼ਨ ਦੇ ਨਾਲ ਪੰਜਾਬ ਨੂੰ ਕੁਝ ਹਾਸਲ ਨਹੀਂ ਹੋਇਆ। ਹਾਂ, ਕੁਝ ਧਿਆਨ ਲੋਕਾਂ ਦਾ ਜਿਹੜਾ ਨਵਾਂ 42,000 ਕਰੋੜ ਦਾ ਕਰਜ਼ਾ ਚੜ੍ਹਿਆ ਸੀ ਉਹਦੇ ਤੋਂ ਧਿਆਨ ਲੋਕਾਂ ਦਾ ਹਟ ਗਿਆ। ਸਿੱਧੂ ਮੂਸੇਵਾਲ ਦੇ ਕੇਸ ਦਾ ਜਿਹੜੀ ਗੰਭੀਰਤਾ ਬਣੀ ਸੀ, ਸਰਕਾਰ ਤੇ ਸਿੱਧੇ ਦੋਸ਼ ਲੱਗਦੇ ਸੀ, ਮੁੱਖ ਮੰਤਰੀ ਸਾਹਿਬ ਤੇ ਲੱਗਦੇ ਸੀ, ਉਹਦੇ ਤੋਂ ਥੋੜ੍ਹਾ ਜਿਹਾ ਧਿਆਨ ਹਟਾਉਣ ਦੇ ਵਿੱਚ ਸਰਕਾਰ ਕਾਮਯਾਬ ਹੋਈ ਹੈ। ਜੇਲ੍ਹਾਂ ਦੇ ਵਿੱਚੋਂ ਜਿਹੜੀਆਂ ਗੰਭੀਰ ਇੰਟਰਵਿਊ ਆ ਰਹੀਆਂ ਸੀਗੀਆਂ ਉਹਦੇ ਤੇ ਸਰਕਾਰ ਨੂੰ ਰਿਲੀਫ ਮਿਲਿਆ ਹੋ ਸਕਦਾ, ਕਿਉਂਕਿ ਇਸ ਤਰੀਕੇ ਦੇ ਨਾਲ ਸਾਰਾ ਕੰਟਰੋਲ ਕਰਕੇ ਮੀਡੀਆ ਸਾਰਾ ਧਿਆਨ ਸਰਕਾਰ ਨੇ ਇਹਦੇ ਉੱਤੇ ਲਾਇਆ। ਪਰ ਇਹ ਜਿਹੜੀ ਸਾਜ਼ਿਸ਼ ਰਚੀ ਗਈ ਪੰਜਾਬ ਦੇ ਵਿੱਚ, ਇਹਦੇ ਨਾਲ ਮੈਂ ਸਮਝਦਾ ਕਿ ਬਹੁਤ ਵੱਡਾ ਤੇ ਲੰਬੇ ਸਮੇਂ ਵਾਸਤੇ ਪੰਜਾਬ ਦਾ ਨੁਕਸਾਨ ਜਿਹੜਾ ਕੇਜਰੀਵਾਲ ਸਾਹਿਬ ਨੇ, ਭਗਵੰਤ ਮਾਨ ਜੀ ਨੇ ਤੇ ਕੇਂਦਰ ਸਰਕਾਰ ਨੇ ਸਾਰਿਆਂ ਨੇ ਸਾਡਾ ਰਲ ਕੇ ਜਿਹੜਾ ਉਹ ਕਰ ਦਿੱਤਾ। ਔਰ ਦੂਜੀ ਮੈਂ ਗੱਲ ਜਿਹੜੀ ਫੜੋ ਫੜਾਈ ਦੀ ਹੈ ਉਹਦੇ ਤੇ ਮੈਂ ਜਿਹੜੀ ਹੈ ਤੁਹਾਡੇ ਨਾਲ ਕੁਝ ਗੰਭੀਰ ਤੱਥ ਸਾਂਝੇ ਕਰਨਾ ਚਾਹੁੰਦਾ ਕਿ ਸਰਦਾਰ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਦੇ ਸੰਬੰਧ ਦੇ ਵਿੱਚ ਬੜਾ ਕੁਝ ਡਰਾਮਾ ਸਾਰਾ ਦਿਨ ਰੋਜ਼ ਦੇਖਣ ਨੂੰ ਮਿਲਦਾ। ਪੁਲਿਸ ਦੀ ਇੱਕ ਨਾਰਮਲ ਪ੍ਰੈਕਟਿਸ ਹੈ ਕਿ ਥੋੜ੍ਹਾ ਜਿਹਾ ਵੀ ਕੋਈ ਗੰਭੀਰ ਦੋਸ਼ੀ ਹੋਵੇ ਤੇ ਜੇ ਉਹ ਪੁਲਿਸ ਉਹਦਾ ਪਿੱਛਾ ਕਰ ਰਹੀ ਹੋਵੇ ਜਾਂ ਭਗੌੜਾ ਹੋਵੇ ਤੇ ਇਮੀਡੀਏਟਲੀ ਸਾਰੇ ਦੇਸ਼ ਦੇ ਵਿੱਚ ਸਾਰੇ ਏਅਰਪੋਰਟਾਂ ਨੂੰ, ਸਾਰੇ ਬਾਰਡਰਾਂ ਨੂੰ ਨਾਲ ਦੀ ਨਾਲ ਰੈੱਡ ਅਲਰਟ ਜਾਰੀ ਹੋ ਜਾਂਦੀ ਹੈ ਕਿ ਆਹ ਬੰਦਾ ਸਾਡੇ ਕੋਲੇ ਜਿਹੜਾ ਇਹ ਨਿਕਲ ਗਿਆ। ਤੇ ਜਿੱਥੇ ਵੀ ਕਿਤੇ ਦੇਸ਼ ਦੀ ਕਿਸੇ ਪੁਲਿਸ ਨੂੰ ਨਜ਼ਰ ਆਵੇ ਉਹ ਇਮੀਡੀਏਟਲੀ ਜਿਹੜੀ ਹੈ ਉਹਨੂੰ ਅਰੈਸਟ ਕਰੇ, ਕਿਉਂਕਿ ਜਦੋਂ ਰੈੱਡ ਅਲਰਟ ਹੋ ਜਾਂਦੀ ਹੈ ਤੇ ਫਿਰ ਜਿੱਥੇ ਵੀ ਕੋਈ ਪੁਲਿਸ ਦੇਖ ਲਵੇ ਉਹਨੂੰ ਡਿਟੇਨ ਕਰ ਸਕਦੀ ਆ ਤੇ ਸੂਬੇ ਦੀ ਪੁਲਿਸ ਨੂੰ ਜਿਹੜਾ ਇਨਫਾਰਮ ਕਰ ਸਕਦੀ ਹੈ। ਹੁਣ ਇਹ ਜਿਹੜਾ ਆਪਰੇਸ਼ਨ ਸੀ ਇਹਦੇ ਵਿੱਚ ਤਾਂ ਦੇਸ਼ ਦਾ ਗ੍ਰਹਿ ਮੰਤਰਾਲਾ ਵੀ ਇਨਵਾਲਵ ਸੀ, ਪੈਰਾਮਿਲਟਰੀ ਫੋਰਸਿਸ ਇਨਵਾਲਵਡ ਆ, ਸਾਡੀ ਸਾਰੀ ਪੁਲਿਸ ਇਨਵਾਲਵਡ ਆ। ਤੇ ਆਹ ਹਰਿਆਣੇ ਦੇ ਸਾਡੇ ਗ੍ਰਹਿ ਮੰਤਰੀ ਸਾਹਿਬ ਅਨਿਲ ਵਿਜ ਜੀ, ਉਹਨਾਂ ਦਾ 25 ਮਾਰਚ ਨੂੰ ਜਿਹੜਾ ਸਾਰੀਆਂ ਅਖਬਾਰਾਂ ਦੇ ਵਿੱਚ ਬਿਆਨ ਛਪਿਆ, ਇੱਕ ਦਿਨ ਸਾਰੀਆਂ ਦੇ ਵਿੱਚ, ਚੈਨਲਾਂ ਦੇ ਵਿੱਚ ਵੀ ਛਪਿਆ ਔਰ ਸਾਰੀਆਂ ਅਖਬਾਰਾਂ ਦੇ ਵਿੱਚ ਵੀ ਛਪਿਆ। ਔਰ ਬਿਆਨ ਕੀ ਹੈ ਕਿ ਹਰਿਆਣੇ ਦੇ ਗ੍ਰਹਿ ਮੰਤਰੀ ਕਹਿ ਰਹੇ ਆ ਕਿ ਪੰਜਾਬ ਪੁਲਿਸ ਅੰਮ੍ਰਿਤਪਾਲ ਨੂੰ ਫੜਨ ਵਾਸਤੇ ਗੰਭੀਰ ਨਹੀਂ ਸੀ। ਜਦੋਂ ਸ਼ਾਹਬਾਦ ਆਇਆ ਤਾਂ ਕਹਿੰਦੇ ਅਸੀਂ ਦੱਸ ਦਿੱਤਾ ਸੀ ਵੀ ਕਿਹੜੇ ਘਰ ਬੈਠਾ ਰੋਟੀ ਖਾ ਰਿਹਾ
ਤੇ 1.5 ਦਿਨ ਪੰਜਾਬ ਦੀ ਪੁਲਿਸ ਜਿਹੜੀ ਆ ਉੱਥੇ ਹਾਜ਼ਰ ਨਹੀਂ ਹੋਈ। ਮੈਂ ਪੜ੍ਹ ਕੇ ਦੱਸ ਦੇਣਾ। He claimed that as soon as there was credible information on Amritpal hiding in Shahabad, the police informed their counterparts in Punjab, but it took 1.5 days for them to reach the location of Kurukshetra district. ਅੱਜ ਤੋਂ ਘੰਟੇ ਸਵਾ ਘੰਟੇ ਦਾ ਰਸਤਾ ਚੰਡੀਗੜ੍ਹ ਤੋਂ ਸ਼ਾਹਬਾਦ। ਤੇ ਹੋਰ ਕੋਈ ਨਹੀਂ ਕਹਿ ਰਿਹਾ, ਹਰਿਆਣੇ ਦਾ ਗ੍ਰਹਿ ਮੰਤਰੀ ਕਹਿ ਰਿਹਾ। ਪਹਿਲਾਂ ਤੇ ਮੈਂ ਹਰਿਆਣੇ ਦੇ ਗ੍ਰਹਿ ਮੰਤਰੀ ਸਾਹਿਬ ਨੂੰ ਵੀ ਪੁੱਛਣਾ ਚਾਹੁੰਦਾ, ਪੰਜਾਬ ਦੇ ਗ੍ਰਹਿ ਮੰਤਰੀ ਸਾਹਿਬ ਨੂੰ ਵੀ ਪੁੱਛਣਾ ਚਾਹੁੰਦਾ ਕਿ ਜੇ ਐਡਾ ਵੱਡਾ ਤੁਹਾਨੂੰ ਲੱਗਦਾ ਸੀ ਕਿ ਐਡਾ ਵੱਡਾ ਤੁਸੀਂ ਆਪਰੇਸ਼ਨ ਕੀਤਾ ਤੇ ਐਡੇ ਵੱਡੇ ਬੰਦੇ ਇਨਵਾਲਵਡ ਆ, ਤੇ ਕੀ ਤੁਸੀਂ ਹਰਿਆਣਾ ਗਵਰਨਮੈਂਟ ਨੂੰ ਅਲਰਟ ਨਹੀਂ ਸੀ ਕੀਤੀ? ਇਹ ਮੀਡੀਆ ਨੂੰ ਵੀ ਮੈਂ ਪੁੱਛਣਾ ਚਾਹੁੰਦਾ ਕਿ ਮੀਡੀਆ ਨੂੰ ਵੀ ਇਹ ਕੁਐਸਚਨ ਕਰਨੇ ਚਾਹੀਦੇ ਆ। ਉਹ ਔਨ ਰਿਕਾਰਡ ਕਹਿ ਰਹੇ ਆ ਕਿ ਸਾਡੇ ਕੋਲ ਇਨਫੋਰਮੇਸ਼ਨ ਆ ਗਈ ਸੀ, ਜਿਹਦੇ ਘਰ ਰੁਕਿਆ ਸੀ ਉਹਦੇ ਵੀ ਸਟੋਰੀ ਛਪੀ ਸੀ ਵੀ ਮੈਂ ਐਸਡੀਐਮ ਸਾਹਿਬ ਨੂੰ ਜਾ ਕੇ ਦੱਸ ਦਿੱਤਾ ਸੀ, ਅਸੀਂ ਡੀਸੀ ਸਾਹਿਬ ਨੂੰ ਵੀ ਦੱਸ ਦਿੱਤਾ ਸੀ ਕਿ ਸਾਡੇ ਘਰ ਅਚਾਨਕ ਆ ਕੇ ਸਾਨੂੰ ਪਤਾ ਨਹੀਂ ਸੀ। ਤੇ ਫਿਰ ਕਿੰਨੇ ਰੋਕਿਆ ਹਰਿਆਣੇ ਦੀ ਪੁਲਿਸ ਨੂੰ, ਹਰਿਆਣੇ ਦੇ ਗ੍ਰਹਿ ਮੰਤਰੀ ਸਾਹਿਬ ਨੂੰ ਅਰੈਸਟ ਕਰਨ ਵਾਸਤੇ? ਕੋਈ ਤਾਂ ਹੋਊਗਾ, ਕਿਉਂਕਿ ਛੋਟੀ ਗੱਲ ਤਾਂ ਨਹੀਂ ਨਾ ਕਿ 1.5 ਦਿਨ ਪੰਜਾਬ ਦੀ ਪੁਲਿਸ ਨੂੰ ਵੀ ਰੋਕਿਆ ਗਿਆ। ਇਹ ਗ੍ਰਹਿ ਮੰਤਰੀ ਹਰਿਆਣੇ ਦੇ ਕਹਿੰਦੇ, ਮੈਂ ਨਹੀਂ ਕਹਿੰਦਾ। ਤੇ ਹਰਿਆਣੇ ਦੀ ਆਪਣੀ ਪੁਲਿਸ ਨੇ, ਆਪਣੇ ਗ੍ਰਹਿ ਮੰਤਰੀ ਨੇ ਕੋਸ਼ਿਸ਼ ਨਹੀਂ ਕੀਤੀ। ਤੇ ਇਹ ਵੀ ਬੜਾ ਗੰਭੀਰ ਸਵਾਲ ਆ, ਉਹਨਾਂ ਨੂੰ ਕਿਹਨੇ ਰੋਕਿਆ? ਕੋਈ ਤਾਂ ਕੋਈ ਵੱਡੀ ਸਾਜ਼ਿਸ਼ ਹੈ ਨਾ ਇਹਦੇ ਪਿੱਛੇ। ਤੇ ਇਹ ਸਾਜ਼ਿਸ਼ ਦਾ ਵੀ ਪਰਦਾ ਖੁੱਲ੍ਹਣਾ ਚਾਹੀਦਾ ਕਿ ਤੁਸੀਂ ਸਾਰੀ ਦੁਨੀਆ ਦੇ ਵਿੱਚ ਬਦਨਾਮ ਕਰੀ ਜਾਂਦੇ ਹੋ। ਸਾਰਾ ਪੰਜਾਬੀ ਡਾਇਸਪੋਰਾ ਜਿਹੜਾ ਦੁਨੀਆ 'ਚ ਬੈਠਾ ਉਹ ਡਿਸਟਰਬ ਹੋਇਆ ਬੈਠਾ ਵਿਚਾਰਾ। ਤੇ ਹਰਿਆਣੇ ਦੇ ਜਿਹੜੇ ਮੰਤਰੀ ਜੀ ਨੇ ਔਨ ਰਿਕਾਰਡ ਜਵਾਬ ਦੇ ਰਹੇ ਆ। ਮੈਂ ਮੁੱਖ ਮੰਤਰੀ ਸਾਹਿਬ ਨੂੰ ਪੁੱਛਦਾ ਵੀ ਜੇ ਉਹਨਾਂ ਦੀ ਇਨਫੋਰਮੇਸ਼ਨ ਆ ਗਈ ਸੀ ਕਿ ਤੁਸੀਂ ਇਨਕੁਆਇਰੀ ਆਰਡਰ ਕੀਤੀ ਕਿ ਕਿੱਥੇ ਡਲੇ ਹੋਈ ਹੈ? ਔਰ ਦੂਜਾ, ਕੀ ਤੁਸੀਂ ਦੇਸ਼ ਦੇ ਗ੍ਰਹਿ ਮੰਤਰੀ ਕੋਲ ਲਿਖਤੀ ਸ਼ਿਕਾਇਤ ਕੀਤੀ ਕਿ ਹਰਿਆਣਾ ਪੁਲਿਸ ਨੇ ਜਿਹੜਾ ਹੈਗਾ ਉਹਦੇ ਮੌਕੇ 'ਤੇ ਐਕਸ਼ਨ ਕਿਉਂ ਨਹੀਂ ਲਿਆ? ਇਹ ਦੋਨੇ ਐਕਸ਼ਨ ਇੰਪੋਰਟੈਂਟ ਸੀ। ਇਹਦਾ ਮਤਲਬ ਹੈ ਕਿ ਸਾਡੀ ਕੇਜਰੀਵਾਲ ਸਾਹਿਬ ਵਾਲੀ ਟੀਮ ਦਾ ਵੀ ਇੰਟਰਸਟ ਉਹੀ ਹੈ, ਔਰ ਦਿੱਲੀ ਦੀ ਬੀਜੇਪੀ ਸਰਕਾਰ ਦਾ, ਹਰਿਆਣੇ ਦੀ ਬੀਜੇਪੀ ਸਰਕਾਰ ਦਾ ਵੀ ਇੰਟਰਸਟ ਉਹੀ ਹੈ। ਤੇ ਦੋਨੇ ਹਿੱਕ ਠੋਕ ਕੇ ਦੇਸ਼ 'ਚ ਕਹਿ ਰਿਹਾ ਕਿ ਅਸੀਂ ਬੜਾ ਵੱਡਾ ਆਪਰੇਸ਼ਨ ਕੀਤਾ ਪੰਜਾਬ ਦੇ ਵਿੱਚ, ਤੇ ਇਹਦਾ ਰਾਜਨੀਤਿਕ ਫਾਇਦਾ ਤਾਂ ਤੁਸੀਂ ਲੈ ਲਿਆ। ਤੇ ਆਹ ਜਿਹੜੀ ਹੁਣ ਲੋਕਾਂ ਨੂੰ ਜਵਾਬਦੇਹੀ ਹੈ ਤੁਹਾਡੇ ਸਾਰੇ ਇਸ ਗੱਲ ਦੀ, ਇਹਦੇ ਜਵਾਬਦੇਹੀ ਜਿਹੜੀ ਹੈ ਇਹ ਕਿਹਦੀ ਹੋਊਗੀ? ਇਹ ਮੈਂ ਉਹਨਾਂ ਸਾਰਿਆਂ ਤੋਂ ਪੁੱਛਣਾ ਚਾਹੁੰਦਾ ਕਿ ਇਹਦਾ ਜਵਾਬ ਜਿਹੜਾ ਉਹ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਦੇਣਾ ਚਾਹੀਦਾ, ਕਿਉਂਕਿ ਬਹੁਤ ਵੱਡੀ ਗੱਲ ਹੈ। ਆਪ ਤੁਸੀਂ ਐਡਮਿਟ ਕਰ ਰਹੇ। ਮੈਂ ਤਾਂ ਸੋਚਦਾ ਸੀ ਵੀ ਮੀਡੀਆ ਆਪ ਕੁਐਸਚਨ ਕਰਦਾ ਇਹਨਾਂ ਨੂੰ ਇਸ ਗੱਲ ਦੇ ਉੱਤੇ, ਕਿਉਂਕਿ ਬੜੀ ਵੱਡੀ ਐਡਮਿਸ਼ਨ ਹੈ। ਇੱਕ ਸਟੇਟ ਦਾ ਗ੍ਰਹਿ ਮੰਤਰੀ ਕਹਿ ਰਿਹਾ ਜਿਸ ਸਟੇਟ ਦੀ ਰਾਜਧਾਨੀ ਸਾਡੇ ਇੱਥੇ ਚੰਡੀਗੜ੍ਹ ਦੇ ਵਿੱਚ ਹੈ, ਉਹ ਸਟੇਟ ਨਾਲ ਤਾਲਮੇਲ ਨਹੀਂ ਸੀ। ਤੇ ਪੈਰਾਮਿਲਟਰੀ ਫੋਰਸ ਤੁਸੀਂ ਦਿੱਲੀੋਂ ਜਾ ਕੇ ਕਾਹਦੇ ਵਾਸਤੇ ਜਾਂਦੀ ਹੈ? ਫਿਰ ਘਰ ਦੇ ਵਿੱਚ ਆਪਣੀ ਚੰਡੀਗੜ੍ਹ ਦੀ ਕੈਪੀਟਲ ਦੇ ਵਿੱਚ ਨਾਲ ਦੀ ਸਟੇਟ ਨਾਲ ਤੁਹਾਡਾ ਤਾਲਮੇਲ ਨਹੀਂ ਸੀ। ਤੇ ਇਹ ਕਮਜ਼ੋਰੀ ਕਿਹਦੀ ਹੈ? ਇਹ ਫੇਲਰ ਕਿਹਦਾ? ਕਿਉਂਕਿ ਹਾਈ ਕੋਰਟ ਨੇ ਵੀ ਕੁਐਸਚਨ ਕੀਤਾ ਨਾ ਵੀ ਇਹ ਫੇਲਰ ਤਾਂ ਤੁਹਾਡਾ, ਵੀ ਇੰਨੀ ਤੁਹਾਡੇ ਕੋਲ ਪੁਲਿਸ ਵੀ ਹੈ, ਸਾਰਾ ਕੁਛ ਹੈ। ਦੂਜੀ ਗੱਲ ਹੈ ਕਿ ਇਸੇ ਆੜ ਦੇ ਵਿੱਚ ਮੀਡੀਆ ਦੇ ਉੱਤੇ ਬਹੁਤ ਵੱਡਾ ਮੈਂ ਸਮਝਦਾ ਕਿ ਆਪਰੇਸ਼ਨ ਜਿਹੜੀ ਹੈ ਉਹ ਕੀਤੀ ਜਾ ਰਹੀ। ਪਹਿਲਾਂ ਅਖਬਾਰਾਂ ਨਾਲ ਵੈਸਾ ਵਿਤਕਰਾ ਹੁੰਦਾ ਸੀ। ਅਜੀਤ ਸਾਡੀ ਸਭ ਤੋਂ ਵੱਡੀ ਅਖਬਾਰ ਹੈ, ਉਹਦੇ ਖਿਲਾਫ ਜਿਹੜਾ ਇਸ਼ਤਿਹਾਰ ਬੰਦ ਕਰਕੇ ਤੇ ਕਈ ਤਰ੍ਹਾਂ ਦੇ ਦਬਾਅ ਪਾ ਕੇ ਉਹਦਾ ਜਿਹੜਾ ਗਲਾ ਦਬਾਉਣ ਦੀ ਕੋਸ਼ਿਸ਼ ਕੀਤੀ ਹੈ। ਹਾਲਾਂਕਿ ਸਭ ਤੋਂ ਵੱਡੀ ਕ੍ਰੈਡੀਬਲ ਅਖਬਾਰ ਹੈ ਸਾਡੀ ਪੰਜਾਬ ਦੀ। ਇਸੇ ਤਰ੍ਹਾਂ ਜੰਗੇ ਆਜ਼ਾਦੀ ਦਾ ਬਹਾਨਾ ਬਣਾ ਕੇ ਤੇ ਸ਼ਹੀਦਾਂ ਦਾ ਜਿਹੜਾ ਅਪਮਾਨ ਕੀਤਾ ਗਿਆ। ਤੇ ਹੁਣ ਕਿੰਨੇ ਹੀ YouTube ਚੈਨਲ, ਕਿੰਨੇ ਹੀ Facebook ਪੇਜਸ, ਕਈਆਂ ਦੇ ਟਵਿੱਟਰ ਹੈਂਡਲ, ਇਹ ਦੇਸ਼ 'ਚ ਐਮਰਜੈਂਸੀ ਨਾਲੋਂ ਵੀ ਮਾੜੇ ਜਿਹੜੇ ਹਾਲਾਤ ਆ ਉਹ ਇਸ ਸਰਕਾਰ ਨੇ ਪੈਦਾ ਕਰ ਦਿੱਤੇ। ਅੱਜ ਤੱਕ ਮੇਰਾ ਖਿਆਲ ਇਹ ਤਾਂ ਉਦੋਂ ਵੀ ਨਹੀਂ ਹੋਇਆ ਹੋਣਾ ਕਿ ਸਿੱਧਾ ਜਿਹੜੇ ਕੋਈ ਚੈਨਲ ਚਲਾਉਂਦਾ, ਕੋਈ ਪੇਜ ਚਲਾਉਂਦਾ, ਉਹਦੇ ਘਰ ਪੁਲਿਸ ਰੇਡ ਕਰਦੀ ਹੋਵੇ। ਪਹਿਲਾਂ ਚੈਨਲ ਬੰਦ ਕੀਤੇ, ਉਹਨਾਂ ਦੇ ਪੇਜ ਹਟਾਏ, ਫਿਰ ਉਹਨਾਂ ਨੂੰ ਦਬਾਉਣ ਵਾਸਤੇ ਉਹਨਾਂ ਦੇ ਘਰੇ ਪੁਲਿਸ ਭੇਜੀ ਗਈ ਵੀ ਤੇਰੇ 'ਤੇ ਪਰਚਾ ਕਰਾਂਗੇ ਜੇ ਤੂੰ ਕਿਸੇ ਤਰ੍ਹਾਂ ਵੀ ਕਿਸੇ ਗੱਲ ਦੇ ਖਿਲਾਫ ਜਿਹੜੀ ਆ ਆਵਾਜ਼ ਉਠਾਈ। ਇਸ ਕਰਕੇ ਇਹ ਮੈਂ ਸਮਝਦਾ ਕਿ ਜਿਹੜੇ ਆ ਲੋਕਤੰਤਰ ਦਾ ਕਤਲ ਕਰਨ ਵਾਲੀ ਗੱਲ ਆ।
कि जे तुसी डेमोक्रेसी दे विच मीडिया का गला इस हद तक जिहड़ा घुटदे हो तो फिर इस तो वड्डी जिहड़ी आ होर की गल हो सकदी। एक साडे प्रधान साहब ने जिहड़ा फसलों का बहुत वड्डा नुकसान होया, काफ़ी वड्डा टूर पंजाब के वख-वख इलाकों ते कीता। सरकार ने कंपनसेशन भी जिहड़ी आ वो अनाउंस कीती है, पर मैं बेनती करदा सरकार नूं कि ये पिछलियां कंपनसेशनां की तरह ना रह जाए, क्योंकि ना पिछली कणक की लोगों को मिलिया हुण तक मुआवजा, ना जिहड़ी झोने की फसल तबाह हुई उहदा हुण तक मुआवजा मिलिया। इस करके ऐतकी जिहड़ा नुकसान होया बहुत वड्डे पद्धर ते होया, गड़ियां नाल, मींह नाल, हनेरी नाल, टारनेडो नाल, हर तरह का नुकसान जिहड़ा किसान दा होया। इस करके सरकार कृपा करके अनाउंसमेंट तक सीमित ना रहे, इनू टाइम बाउंड करके सारे प्रोसैस नूं गिरदौरियां दे नूं ते इमीजिएटली जिहड़ा रिलीफ है वो किसानां नूं देना चाहिए, क्योंकि लगातार फसलां बर्बाद होणीआं ये किसान वास्ते जिहड़ी है बहुत वड्डी खतरे की घंटी है। इस करके उस पासे उन्हां दा ध्यान होना चाहिए। एक मैं होर बेनती करदा मुख मंत्री साहब नूं कि पंजाबी दी उदाहरण है कि सत्त घर तां डैन भी छड्ड दिंदी है भी। आ पहलां पंज प्यारिਆਂ ਦੇ भी ਜਿਹੜੇ ਨਾਂ ਤੇ ਹਸਪਤਾਲ ਦੂਜੇ ਬਣੇ ਸੀ, ਕੋਈ ਵੱਡੇ ਸੈਂਟਰ ਬਣੇ ਸੀ, ਉਹਨਾਂ ਦੇ ਨਾਂ ਹਟਾਉਣ ਦੀ ਕੋਸ਼ਿਸ਼ ਕੀਤੀ, ਗੁਰੂ ਸਾਹਿਬਾਨ ਦੇ ਨਾਂ ਹਟਾਉਣ ਦੀ ਕੋਸ਼ਿਸ਼ ਕੀਤੀ, ਸਾਰੇ ਥਾਵਾਂ ਤੇ ਪ੍ਰੋਟੈਸਟ ਹੋਇਆ। पर अज जिहड़ी है अजीत अखबार दे विच वड्डी खबर है, मैं पढ़ के हैरान सी भी खटकड़ कलां जिथे सरकार ने जाके सहुं चुकी सी शहीद भगत सिंह दा जद्दी पिंड, उत्थे भी जाके शहीद दे पिंड जाके शहीदी फोटो लाती है। इस तो वड्डा हुण तुसीं जिहड़ा वो की करोगे? मैं केजरीवाल साहब नूं भी बेनती करदा कि तुहाडी सरकार की कर रही है, घट्टो घट्ट वो जिस थां ते जाके सहुं चुकी सी, जिहदे नां दे उत्ते एडा तुसीं ड्रामा कीता सी, उस शख्सियत दी शहीद आजम सरदार भगत सिंह दी उहदे पिंड दे विच लगी फोटो ला के ते प्रधान मुख मंत्री साहब ने अपनी फोटो लाती। इस करके बहुत माड़ा रुझान है, ये हंकार भी है। खैर ये नहीं होना चाहिए इस पद्धर ते, क्योंकि कुछ ना कुछ सोचना चाहिए। वो फोटो मैं इन्हां नूं बेनती करदा कि सारे देशवासियों तो माफ़ी मंग के उत्थे शहीद आजम भगत सिंह की फोटो अपनी फोटो हटा के इन्हां नूं लाउणी चाहिए, क्योंकि नहीं लाउणगे तो फिर लोकी लाउणगे, क्योंकि शहीदां दा सत्कार करना तो लोकी जाणदे आ। पर चंगी गल है कि ये जिहड़ा काम होया बहुत माड़ा होया। ये मैं मुख मंत्री साहब नूं बेनती करदा कि वो हटा दिओ कृपा करके। वो फोटो जिहड़ी है उहदा बहुत वड्डा इतिहास है, जिहड़ी शहीद आजम की पहलां लगी सी। एक तो हैल्थ सेंटर 10 बैड का पहला हस्पताल सी, तो उन्होंने हुण छोटा करके तो वो बनाता महल्ला क्लिनिक। यही बड़ी वड्डी देन है तुहाडी पिंड नूं कि बनया बनाया हस्पताल खत्म करके तो महल्ला क्लिनिक बनाती, उत्तों शहीद की फोटो भी लाती, नाल होर भी जिहड़े आ फ्रीडम फाइटर दी फोटो सीगियां, सरदार अजीत सिंह हरां दी सी, होर सी, सारियां हटातियां। ये काम नहीं होना चाहिए, ये मुख मंत्री साहब इनू तुरंत रिवर्स कर। बाकी जिहड़ी साडी श्रोमणी अकाली दल की लीगल विंग की टीम है, मैं इन्हां दा धन्नवाद भी करदा। सरदार अर्शदीप सिंह कलेर साहब साडे प्रधान ने लीगल विंग के स्पोक्समैन भी हैं, कि सारी टीम ने पंजाब दे विच इस जिहड़ा जुल्म नौजवानों ते शुरू होया सी, इहदे वास्ते बड़ी डट के मेहनत की है और हुण तक कर रहे। उहदी जिहड़ी डिटेल की है वो मैं अर्शदीप भरा नूं बेनती करदा कि वो डिटेल जिहड़ी तुहाडे नाल सारी जिहड़ी है वो साझी करदा। ਜਿਹੜੀਆਂ ਸਟੇਟਾਂ ਦਾ ਜ਼ਿਕਰ ਕੀਤਾ ਗਿਆ, ਉਹ ਜੀਂਦ ਸਟੇਟ, ਪਟਿਆਲਾ ਸਟੇਟ, ਫਰੀਦਕੋਟ ਸਟੇਟ, ਉਹ ਸਾਡੀ ਸਿੱਖ ਇਤਿਹਾਸ ਹੈ। ਉਹਨੂੰ ਵੀ ਤੁਸੀਂ ਗਲਤ ਤਰੀਕੇ ਦੇ ਨਾਲ ਪੇਂਟ ਕਰਕੇ ਲੋਕਾਂ 'ਚ ਰੱਖਣਾ ਚਾਹੁੰਦੇ ਹੋ ਔਰ ਦਿਖਾਉਣਾ ਚਾਹੁੰਦੇ ਹੋ ਕਿ ਐਂਟੀ ਨੈਸ਼ਨਲ ਜਿੱਦਾਂ ਕੋਈ ਚੀਜ਼ ਹੈ। ਉਹ ਤਾਂ ਸਾਰਾ ਪਾਰਟ ਆਫ ਰਿਕਾਰਡ ਹੈ। ਉਹ ਕਿਹੜੀ ਐਸੀ ਚੀਜ਼ ਹੈ ਜਿਹੜੀ ਸਾਡੀ ਕਿਤਾਬਾਂ ਦੇ ਵਿੱਚ ਮੌਜੂਦ ਨਹੀਂ, ਸਾਡੀ ਲਾਇਬ੍ਰੇਰੀਆਂ ਦੇ ਵਿੱਚ ਮੌਜੂਦ ਨਹੀਂ। ਸੋ ਉਹਨੂੰ ਵੀ ਤੁਸੀਂ ਇਸ ਤਰੀਕੇ ਨਾਲ ਦਿਖਾਓਗੇ ਕਿ ਪੰਜਾਬ ਦੇ ਵਿੱਚ ਪਤਾ ਨਹੀਂ ਕੀ ਹੋ ਰਿਹਾ। ਇਹ ਸਿੱਧਾ ਸਿੱਧਾ ਪੰਜਾਬ ਪੰਜਾਬੀਆਂ ਦੇ ਵਿਚਾਰਾਂ ਦੇ ਉੱਤੇ ਹਮਲਾ ਹੈ, ਜਿਹੜਾ ਕਿ ਹਰ ਕਿਸ ਬਰਦਾਸ਼ਤ ਨਹੀਂ। ਮੈਂ ਤਾਂ ਹੀ ਕਹਿਣਾ ਕਿ ਹਥਿਆਰਾਂ ਨਾਲੋਂ ਵੀ ਵੱਡੀ ਗੱਲ ਵਿਚਾਰਾਂ ਦੀ ਹੈ। ਇਹ ਹਮਲਾ ਵਿਚਾਰਾਂ ਦੇ ਉੱਤੇ ਵੱਡਾ, ਕਿਉਂਕਿ ਚੀਮਾ ਸਾਹਿਬ ਨੇ ਬੜਾ ਕਲੀਅਰ ਕਰਤਾ ਹੈ ਕਿ ਹਥਿਆਰ ਤਾਂ ਜਿਹੜੇ ਉੱਥੇ ਲੱਭੇ ਨੇ ਉਹ ਸਾਰਿਆਂ ਨੇ ਦੇਖੇ ਨੇ, 12 ਬੋਰ ਦੀਆਂ ਬੰਦੂਕਾਂ ਨੇ, ਲਾਇਸੈਂਸੀ ਨੇ ਨਹੀਂ ਲਾਇਸੈਂਸੀ ਨੇ, ਉਹ ਸਰਕਾਰ ਦੀ ਜਾਂਚ ਦਾ ਵਿਸ਼ਾ। ਔਰ ਜਿਹੜਾ ਦੂਸਰਾ ਗੱਲ ਹੈ, ਦੇਖੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਤੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਜਿਹੜਾ ਲੀਗਲ ਵਿੰਗ ਦੀ 14 ਮੈਂਬਰੀ ਕਮੇਟੀ ਬਣਾਈ ਹੈ, ਮੈਂ ਦੱਸਣਾ ਚਾਹੁੰਦਾ ਕਿ ਅੱਜ ਤੱਕ ਸਾਨੂੰ 122 ਦੇ ਕਰੀਬ
ਉਹਦੇ 'ਚ ਕੁਐਰੀਜ਼ ਆਈਆਂ ਨੇ, ਲੋਕਾਂ ਨੇ ਫੋਨ ਕੀਤੇ ਨੇ, ਜਿਨ੍ਹਾਂ ਦੇ ਵਿੱਚੋਂ ਮੈਕਸਿਮਮ ਬੰਦੇ ਉਹ ਵਾਲੇ ਨੇ ਜਿਹੜੇ ਕਿ 107 151 ਲਾ ਕੇ ਸਰਕਾਰਾਂ ਨੇ ਜੇਲ੍ਹਾਂ ਦੇ ਵਿੱਚ ਡੱਕੇ ਨੇ, ਔਰ ਸਟੂਡੈਂਟ ਨੇ ਖਾਸ ਕਰਕੇ 20 ਸਾਲ ਦੇ, ਔਰ ਉਹਨਾਂ 'ਚੋਂ ਬਹੁਤ ਸਟੂਡੈਂਟ ਇਹੋ ਜਿਹੇ ਨੇ ਜਿਨ੍ਹਾਂ ਦੇ ਇਸ ਗੱਲ ਕਰਕੇ ਪੇਪਰ ਵੀ ਮਿਸ ਹੋ ਗਏ। ਸਾਡੀ ਸਰਕਾਰ ਦਾ ਉਹਨਾਂ ਦੇ ਪ੍ਰਤੀ ਧੱਕਾ ਹੈ ਕਿ ਉਹਨਾਂ ਨੂੰ ਐਗਜ਼ਾਮ ਦੇਣ ਤੋਂ ਮਨਾ ਕੀਤਾ ਗਿਆ। ਦੇਖੋ, ਇਹ ਗੱਲ ਸਾਰੇ ਆਪਾਂ ਸਮਝਦੇ ਹਾਂ ਕਿ 18 ਤਰੀਕ ਨੂੰ ਜਦੋਂ ਇਹ ਵਾਕਾ ਹੁੰਦਾ ਹੈ, ਉਸ ਤੋਂ ਪਹਿਲਾਂ ਤੱਕ ਅੰਮ੍ਰਿਤਪਾਲ ਦੇ ਉੱਤੇ ਕੋਈ ਐਸਾ ਕੇਸ ਮੈਨੂੰ ਲੱਗਦਾ ਪੰਜਾਬ ਦੇ ਵਿੱਚ ਦਰਜ ਨਹੀਂ ਸੀ। ਜੇ ਦਰਜ ਸੀ ਤਾਂ ਕਦੇ ਪਬਲਿਕ ਡੋਮੇਨ 'ਚ ਲਿਆਂਦਾ ਨਹੀਂ ਗਿਆ। ਤਾਂ ਜਿਹੜਾ ਕੋਈ ਬੱਚਾ ਸਕੂਲ ਪੜ੍ਹਦਾ, ਜਿਹੜਾ ਕੋਈ ਬੱਚਾ ਕਿਤੇ ਕੋਈ ਕੰਮ ਕਰਦਾ, ਅਗਰ ਉਹ ਕਿਸੇ ਦੇ ਵਿਚਾਰ ਸੁਣ ਰਿਹਾ ਤੇ ਤੁਸੀਂ ਉਸ ਚੱਕਰ ਦੇ ਵਿੱਚ ਚੱਕ ਕੇ ਉਹਨਾਂ ਨੂੰ ਜੇਲ੍ਹਾਂ 'ਚ ਸੁੱਟ ਦਿਓ, ਤਾਂ ਮੈਨੂੰ ਇਹ ਦੱਸੋ ਕਿ ਉਹ ਬੱਚਿਆਂ ਦਾ ਕੀ ਕਸੂਰ ਹੈ, ਉਹ ਪੰਜਾਬੀ ਨੌਜਵਾਨਾਂ ਦਾ ਔਰ ਖਾਸ ਕਰਕੇ ਸਿੱਖ ਨੌਜਵਾਨਾਂ ਦਾ ਕੀ ਕਸੂਰ ਹੈ ਕਿ ਸਿਰਫ ਇਸ ਗੱਲ ਕਰਕੇ ਉਹਨਾਂ ਦੇ ਭਵਿੱਖ ਨਾਲ ਖੇਡਿਆ ਗਿਆ ਕਿ ਉਹਨਾਂ ਨੇ ਜਾਂ ਤਾਂ ਕੋਈ ਫੋਟੋ ਸ਼ੇਅਰ ਕਰਤੀ ਜਾਂ ਕਦੇ ਉਹ ਕਿਸੇ ਦੀਵਾਨ ਦੇ ਵਿੱਚ ਗਏ ਨੇ। ਇਸ ਤਰੀਕੇ ਦੇ ਨਾਲ ਅਗਰ ਸਰਕਾਰਾਂ ਕੰਮ ਕਰਨਗੀਆਂ ਤਾਂ ਇਹ ਬਹੁਤ ਘਾਤਕ ਹੈ, ਕਿਉਂਕਿ ਜਿਹੜੇ ਨੌਜਵਾਨ ਨੂੰ ਅੱਜ ਤੁਸੀਂ ਫੜ ਕੇ ਜੇਲ੍ਹ ਦੇ ਵਿੱਚ ਸਿੱਟਤਾ, ਜਿਹਦੀ ਇੱਕ ਰਾਤ ਵੀ ਲਵਾਤੀ, ਤਾਂ ਮੈਨੂੰ ਦੱਸੋ ਉਹਦੀ ਮਾਨਸਿਕ ਸਥਿਤੀ ਕੀ ਬਣਾਤੀ। ਔਰ ਪੰਜਾਬ ਸਰਕਾਰ ਇੱਕ ਗੱਲ ਤੇ ਹੋਰ ਝੂਠ ਬੋਲ ਰਹੀ ਹੈ। ਇਹ ਕਹਿੰਦੇ ਜੀ ਅਸੀਂ ਰਿਹਾ ਕਰਤੇ, ਉਹ ਰਿਹਾ ਨਹੀਂ ਕੀਤੇ, ਉਹ ਬੇਲਾਂ ਦੇ ਉੱਤੇ ਛੱਡੇ ਗਏ ਨੇ, ਉਹਨਾਂ ਦੇ ਕੇਸ ਅੱਜ ਵੀ ਸਟੈਂਡ ਕਰਦੇ ਨੇ। ਸੋ ਪੰਜਾਬ ਸਰਕਾਰ ਨੂੰ ਪਹਿਲਾਂ ਤੁਰੰਤ ਪ੍ਰਭਾਵ ਨਾਲ ਉਹ ਕੇਸ ਜਿਹੜੇ ਨੇ ਉਹ ਵਿਡਰਾਅ ਕਰਨੇ ਚਾਹੀਦੇ ਨੇ। ਔਰ ਸ਼੍ਰੋਮਣੀ ਅਕਾਲੀ ਦਲ ਨੇ ਐਸੇ 46 ਨੌਜਵਾਨਾਂ ਨੂੰ ਕੋਸ਼ਿਸ਼ ਕਰਕੇ ਰਿਹਾ ਕਰਾਇਆ, ਜਿਨ੍ਹਾਂ ਨੂੰ 107 151 ਦੇ ਵਿੱਚ ਚੱਕ ਕੇ ਜੇਲ੍ਹਾਂ ਦੇ ਵਿੱਚ ਸਿੱਟਿਆ ਸੀ। ਔਰ ਲਗਾਤਾਰ ਅਸੀਂ ਆਵਾਜ਼ ਚੱਕ ਰਹੇ ਹਾਂ ਕਿ ਜਿਹੜੇ ਐਸਡੀਐਮ ਸਾਹਿਬਾਨ ਨੇ ਉਹ ਆਪਣੇ ਦਫ਼ਤਰਾਂ 'ਚ ਸ਼ਾਮ ਨੂੰ ਨਹੀਂ ਬਹਿੰਦੇ। ਸਰਕਾਰ ਦੀਆਂ ਹਦਾਇਤਾਂ ਨੇ ਕਿ ਕੋਈ ਬੇਲ ਬੌਂਡ ਲੈ ਕੇ ਆਵੇ, ਕਿਉਂਕਿ 107 151 ਦਾ ਬੜਾ ਸਿੰਪਲ ਪ੍ਰੋਸੈਸ ਹੈ। ਅਗਰ ਕਿਸੇ ਦੀ ਕਾਰਵਾਈ ਕੀਤੀ ਹੈ, ਅਗਰ ਉਹ ਬੇਲ ਬੌਂਡ ਲੈ ਕੇ ਆਉਂਦਾ ਤਾਂ ਉਹਨੂੰ ਛੱਡ ਦੇਣਾ ਚਾਹੀਦਾ, ਤੁਸੀਂ ਸਾਰੇ ਜਾਣਦੇ ਹੋ। ਪਰ ਹੁਣ ਐਸਡੀਐਮ ਸਾਹਿਬਾਨ ਕੀ ਕਰਦੇ ਨੇ ਕਿ ਦਫ਼ਤਰਾਂ 'ਚ ਨਹੀਂ ਬਹਿੰਦੇ, ਸਰਕਾਰਾਂ ਦੀ ਡਾਇਰੈਕਸ਼ਨ ਹੈ ਔਰ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਸਿੱਟਿਆ ਜਾ ਰਿਹਾ। ਸੋ ਬੜੀ ਮੁਸ਼ਕਿਲ ਦੇ ਨਾਲ 46 ਨੌਜਵਾਨਾਂ ਨੂੰ ਉਹ 107 151 ਦੇ ਕੇਸਾਂ ਦੇ ਵਿੱਚ ਬਾਹਰ ਕਢਾਇਆ ਔਰ ਹਲੇ ਵੀ ਬਹੁਤ ਸਾਰੇ ਨੌਜਵਾਨ ਅੰਦਰ ਨੇ। ਮੈਂ ਤਾਂ ਹੁਣ ਬਾਹਰ ਤੁਹਾਡੇ ਮਾਧਿਅਮ ਨਾਲ ਬੇਨਤੀ ਕਰਦਾ ਪਰਿਵਾਰਾਂ ਨੂੰ ਕਿ ਜਿਨ੍ਹਾਂ ਦੇ ਬੱਚੇ ਅੱਜ ਜੇਲ੍ਹ ਦੇ ਵਿੱਚ ਬੈਠੇ ਨੇ, ਉਹ ਮਾਤਾ ਪਿਤਾ ਆਪਣੇ ਬੇਲ ਬੌਂਡ ਲੈ ਕੇ ਐਸਡੀਐਮ ਦੇ ਕੋਲੇ ਜਾਣ। ਅਗਰ ਐਸਡੀਐਮ ਸਾਹਿਬ ਮੁਨਕਰ ਨੇ ਉਹਨਾਂ ਨੂੰ ਛੱਡਣ ਦੇ ਲਈ, ਤਾਂ ਉਹ ਡੀਸੀ ਸਾਹਿਬ ਨੂੰ ਲਿਖਤੀ ਸ਼ਿਕਾਇਤ ਕਰਕੇ ਉਹ ਸ਼ਿਕਾਇਤ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਪਹੁੰਚਦੀ ਕਰਨ, ਤਾਂ ਕਿ ਆਪਾਂ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਰਿਟ ਪਾ ਕੇ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਦਿਖਾਈਏ ਕਿ ਕਿਸ ਤਰੀਕੇ ਦੇ ਨਾਲ ਸਾਡੀ ਜਿਹੜੀ ਪੰਜਾਬ ਸਰਕਾਰ ਹੈ ਉਹ ਡੈਮੋਕ੍ਰੈਟਿਕ ਕਦਰਾਂ ਕੀਮਤਾਂ ਦਾ ਘਾਣ ਕਰ ਰਹੀ ਹੈ। ਔਰ ਇਸ ਤੋਂ ਬਿਨਾਂ ਜਿਨ੍ਹਾਂ ਤੇ ਪਰਚੇ ਦਰਜ ਕੀਤੇ ਗਏ ਨੇ, ਉਹਨਾਂ 'ਚ ਇੱਕ FIR ਨੰਬਰ 26 ਹੈ, ਪੁਲਿਸ ਸਟੇਸ਼ਨ ਬਾਬਾ ਬਕਾਲਾ ਦੀ ਹੈ। FIR ਨੰਬਰ 29 ਹੈ, ਪੁਲਿਸ ਸਟੇਸ਼ਨ ਅਜਨਾਲਾ ਦੀ ਹੈ। ਫਿਰ ਉਸ ਤੋਂ ਬਾਅਦ FIR ਨੰਬਰ 39 ਹੈ, ਇਹ ਮਰੀ ਕਲਾਂ ਅੰਮ੍ਰਿਤਸਰ ਦੀ ਹੈ। ਔਰ ਇਸ ਤੋਂ ਬਿਨਾਂ 2 FIR ਹੋਰ ਹੈ, ਜਿਨ੍ਹਾਂ ਅੱਡ-ਅੱਡ FIRਾਂ 'ਚ ਜਿਹ 'ਚ 307 ਲੱਗਿਆ, ਆਰਮਜ਼ ਐਕਟ ਲੱਗਿਆ ਹੈ। ਉਹ FIRਾਂ 'ਚ 24 ਦੇ ਕਰੀਬ ਜਿਹੜੇ ਨੌਜਵਾਨ ਨੇ, ਉਹਨਾਂ ਦੇ ਲਈ ਸਾਡੇ ਵਕੀਲ ਸਾਹਿਬਾਨ ਅਜਨਾਲਾ ਕੋਰਟ ਹੋਵੇ, ਬਾਬਾ ਬਕਾਲਾ ਕੋਰਟ ਹੋਵੇ, ਉੱਥੇ ਸ਼੍ਰੋਮਣੀ ਅਕਾਲੀ ਦਲ ਲੀਗਲ ਸੈੱਲ ਦੇ ਵਕੀਲ ਸਾਹਿਬਾਨ ਪੇਸ਼ ਹੋ ਰਹੇ ਨੇ, ਉਹਨਾਂ ਦੀ ਲੜਾਈ ਲੜ ਰਹੇ ਹਨ। ਔਰ ਇੱਕ 94 ਨੰਬਰ FIR ਹੈ, ਜਿਹੜੀ ਕਿ ਸੋਹਾਣਾ ਸਾਹਿਬ ਗੁਰਦੁਆਰਾ ਸਾਹਿਬ ਦੇ ਬਾਹਰ ਜਿਹੜਾ ਧਰਨਾ ਲੱਗਿਆ ਸੀ, ਉੱਥੋਂ ਵੀ ਨੌਜਵਾਨਾਂ ਨੂੰ ਬਹੁਤ ਭਾਰੀ ਗਿਣਤੀ 'ਚ ਚੱਕ ਕੇ ਜੇਲ੍ਹਾਂ ਸਿੱਟਿਆ ਗਿਆ। ਔਰ ਮੈਂ ਇੱਕ ਸਾਂਝੀ ਵੀ ਕਰਨੀ ਚਾਹੂੰਗਾ ਕਿ 4 ਦਿਨ ਪਹਿਲਾਂ ਰਾਤ ਨੂੰ ਇੱਕ ਲੜਕੀ ਨੇ ਫ਼ੋਨ ਕੀਤਾ ਮੇਰੇ ਮੋਬਾਈਲ ਤੇ। ਉਹਨੇ ਕਿਹਾ ਜੀ ਕਿ ਅਸੀਂ ਸਟੂਡੈਂਟ ਹਾਂ, ਅਸੀਂ ਪੜ੍ਹਦੇ ਹਾਂ, ਤੇ ਮੇਰਾ ਜਿਹੜਾ ਫਰੈਂਡ ਹੈ, ਕਿਉਂਕਿ ਸਾਡੇ ਰਿਸੋਰਸਿਸ ਬੜੇ ਲਿਮਿਟਡ ਹੈ, ਸੀਮਿਤ, ਅਸੀਂ ਗੁਰਦੁਆਰਾ ਸਾਹਿਬ 'ਚ ਰੋਟੀ ਖਾਂਦੇ ਹਾਂ। ਸੋ ਰਾਤ ਨੂੰ ਜਦੋਂ ਰੋਟੀ ਖਾਣ ਮੇਰਾ ਫਰੈਂਡ ਉੱਥੇ ਗਿਆ ਤਾਂ ਮੇਰੇ ਫਰੈਂਡ ਨੂੰ ਪੁਲਿਸ ਚੱਕ ਕੇ ਲੈ ਗਈ। ਉਹ ਸਟੂਡੈਂਟ ਸੀ, BA ਫਸਟ ਈਅਰ ਦਾ ਸਟੂਡੈਂਟ। ਇਸ ਤਰ੍ਹਾਂ ਦੀ ਕਾਰਵਾਈ ਜੇ ਪੰਜਾਬ ਸਰਕਾਰ ਕਰ ਰਹੀ ਹੈ ਤਾਂ ਕੀ ਇਹ ਸਾਨੂੰ ਧੱਕੇ ਨਾਲ ਬ੍ਰੈਂਡ ਨਹੀਂ ਕਰਨਾ ਚਾਹੁੰਦੇ ਐਂਟੀ ਨੈਸ਼ਨਲ? ਇਹ ਐਂਟੀ ਨੈਸ਼ਨਲ ਜਿਹੜੀ ਕੌਮ, ਦੇਸ਼ ਭਗਤਾਂ ਦੀ ਕੌਮ, ਜਿਹਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਐਡਾ ਵੱਡਾ ਯੋਗਦਾਨ ਪਾਇਆ, ਉਹ ਨੌਜਵਾਨਾਂ ਦੇ, ਉਹ ਕੌਮ ਦੇ ਜਿਹੜੇ ਹੁਣ ਆਉਣ ਵਾਲੀ ਪੀੜ੍ਹੀ ਹੈ, ਉਹਨੂੰ ਧੱਕੇ ਨਾਲ ਜੇ ਇਸ ਤਰੀਕੇ ਚੱਕ ਕੇ ਜੇਲ੍ਹਾਂ 'ਚ ਸੁੱਟੋਗੇ, ਹਰਕਿਸ ਬਰਦਾਸ਼ਤ ਨਹੀਂ। ਸੋ ਫਿਰ ਦੁਬਾਰਾ ਇੱਕ ਵਾਰੀ ਤੁਹਾਡੇ ਮਾਧਿਅਮ ਨਾਲ ਸੱਦਾ ਦਿੰਦੇ ਹਾਂ ਕਿ ਕਿਸੇ ਨਾਲ ਵੀ ਕੋਈ ਧੱਕਾ ਹੋ ਰਿਹਾ, ਤੁਸੀਂ ਸ਼੍ਰੋਮਣੀ ਅਕਾਲੀ ਦਲ ਦਾ 28 ਸੈਕਟਰ ਦੇ ਵਿੱਚ ਹੈੱਡ ਆਫਿਸ ਹੈ, ਤੁਸੀਂ ਕਿਸੇ ਵੀ ਪਾਰਟੀ ਦੇ ਹੋ, ਤੁਸੀਂ ਪੰਜਾਬ ਦੇ ਕਿਸੇ ਵੀ ਜਗ੍ਹਾ ਤੋਂ ਬਿਲੋਂਗ ਕਰਦੇ ਹੋ, ਤੁਸੀਂ ਉਰੇ ਆਓ। ਸ਼੍ਰੋਮਣੀ ਅਕਾਲੀ ਦਲ ਦਾ ਲੀਗਲ ਸੈੱਲ ਵਚਨਬੱਧ ਹੈ
ਕਿ ਤੁਹਾਨੂੰ ਹਰ ਤਰ੍ਹਾਂ ਦੀ ਜਿਹੜੀ ਸਹੂਲਤ ਹੈ, ਜਿਹੜੀ ਲੀਗਲ ਸਹੂਲਤ ਹੈ, ਉਹ ਮੁਫਤ ਅਸੀਂ ਲੋਕਾਂ ਤੱਕ ਪਹੁੰਚਾਵਾਂਗੇ। ਔਰ ਆਪਣੇ ਹਲਕਾ ਇੰਚਾਰਜਾਂ ਨੂੰ ਜਾਂ ਜਿਹੜੇ ਸਾਡੇ ਲੀਡਰਸ਼ਿਪ ਆ ਉਹਨੂੰ ਵੀ ਬੇਨਤੀ ਕਰ ਚੁੱਕੇ ਹਾਂ, ਰੋਜ਼ ਕਰਦੇ ਹਾਂ ਦਫ਼ਤਰ ਤੋਂ ਵੀ, ਕਿ ਆਪਣੇ ਤੌਰ ਤੇ ਵੀ ਉਹ ਆਪਣੇ ਹਲਕਿਆਂ ਦੇ ਵਿੱਚ ਦੇਖਣ ਕਿ ਜੇ ਕਿਸੇ ਨੂੰ ਜ਼ਰੂਰਤ ਹੈ ਤਾਂ ਸਾਡੇ ਤੱਕ ਅਪਰੋਚ ਕਰੇ। ਔਰ ਇਸ ਤਰੀਕੇ ਦੇ ਨਾਲ ਹੁਣ ਜਿਹੜਾ ਸਾਡਾ ਇਹ ਆંકੜਾ ਹੈ, ਇਹ ਤਕਰੀਬਨ 80 ਦੇ ਕਰੀਬ ਹੈ ਜਿਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਲੀਗਲ ਹੈਲਪ ਦੇ ਰਿਹਾ, 79। ਤੇ ਹੋਰ ਵੀ ਜੇ ਕਿਸੇ ਨੂੰ ਇਹਦੀ ਜ਼ਰੂਰਤ ਹੈ ਤਾਂ ਉਹ ਸਾਡੇ ਤੱਕ ਪਹੁੰਚ ਕਰਨ, ਅਸੀਂ ਉਹਨਾਂ ਨੂੰ ਵੀ ਜਿੰਨੀ ਸੰਭਵ ਲੀਗਲ ਹੈਲਪ ਹੈ ਉਹ ਅਸੀਂ ਉਹਨਾਂ ਨੂੰ ਪਹੁੰਚਦੀ ਕਰਾਂਗੇ। ਹੋਰ ਕੋਈ ਕਿਸੇ ਦਾ ਕਿੰਨੇ ਕੁ ਵਿਦਿਆਰਥੀ ਨੇ ਜਿਨ੍ਹਾਂ ਦੇ ਪੇਪਰ ਮਿਸ ਹੋਏ ਨੇ ਦੇਣ ਚ? ਵਿਦਿਆਰਥੀ ਜਿਹੜੇ ਮੇਰੇ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਦੇ ਨੌਲੇਜ 'ਚ ਨੇ ਜੀ, ਉਹ ਤਕਰੀਬਨ 8-9 ਨੇ, ਪਰ ਇਹ ਗਿਣਤੀ ਕਿਤੇ ਵੱਧ ਹੋਏਗੀ ਕਿਉਂਕਿ ਕਈ ਸਾਡੇ ਥਰੂ ਵੀ ਨਹੀਂ ਆਏ ਹੈਗੇ, ਕਈਆਂ ਨੇ ਹੋਰ ਆਪਣੇ ਵਕੀਲ ਸਾਹਿਬਾਨ ਖੜੇ ਕੀਤੇ ਨੇ। ਪਰ ਕਿਉਂਕਿ ਆਪਾਂ ਸਾਰਿਆਂ ਨੂੰ ਪਤਾ ਕਿ ਪੇਪਰ ਚੱਲ ਰਹੇ ਸੀ, ਔਰ ਇਹ ਖਾਸ ਕਰਕੇ ਗਿਣਤੀ ਨੌਜਵਾਨਾਂ ਦੀ ਉਹੀ ਹੈ ਜਿਹੜੇ 20-22 ਸਾਲ ਦੇ 23 ਸਾਲ ਦੇ ਨੇ। ਸੋ ਇਹ ਗਿਣਤੀ ਬੜੀ ਵੱਡੀ ਹੋਏਗੀ ਕਿ ਜਿਹੜੇ ਨੌਜਵਾਨਾਂ ਦਾ ਪੇਪਰ ਮਿਸ ਹੋਇਆ। ਜਿਹੜੇ ਸਰਕਾਰ ਨੇ ਛੱਡੇ ਨੇ ਲੜਕੇ, ਉਹਨਾਂ ਤੇ ਕੀ ਕੇ ਸਟੈਂਡ ਕਰਦੇ? ਤੁਸੀਂ ਕਹਿ ਰਹੇ ਹੋ ਛੱਡ ਦਿੱਤੇ ਪਰ ਪਰਚੇ ਸਟੈਂਡ ਕਰਦੇ। ਸੈਕਿੰਡ ਕੁਐਸਚਨ ਇਹ ਹੈ, ਅਕਾਲੀ ਦਲ ਨੇ ਹੁਣ ਤੱਕ ਜਿਹੜੇ ਕਿੰਨੇ ਕੁ ਬੰਦਿਆਂ ਨੇ ਅਪਰੋਚ ਕੀਤੀ ਹੈ? ਕਿਉਂਕਿ ਹਾਈ ਕੋਰਟ ਵਿੱਚ ਕਈ ਪਟੀਸ਼ਨਾਂ ਪੈ ਚੁੱਕੀਆਂ, ਤੁਹਾਡੇ ਲੀਗਲ ਵਿੰਗ ਨੇ ਕਿੰਨੀ ਪਟੀਸ਼ਨਾਂ? ਨਹੀਂ, ਮੈਂ ਬੜਾ ਤੁਹਾਨੂੰ ਕਲੀਅਰ ਦੱਸਿਆ ਜੀ, ਮੈਂ ਤਾਂ ਆંકੜਾ ਦੇ ਰਿਹਾ ਕਿ 46 46 107 151 ਦੇ ਜਿਹੜੇ ਨੇ 7-8 ਨੌਜਵਾਨ ਨੇ ਜਿਹੜੇ FIR ਨੰਬਰ 94 ਜਿਹੜੀ ਸੁਹਾਣਾ ਥਾਣੇ ਦੇ ਵਿੱਚ ਦਰਜ ਕਰਕੇ ਜਿਹੜਾ ਉਹ ਧਰਨਾ ਚੁਕਾਇਆ ਗਿਆ, ਜਿਹੜੇ ਉਹਦੇ 'ਚ ਜੇਲ੍ਹਾਂ ਦੇ ਵਿੱਚ ਸਿੱਟੇ ਨੇ। ਉਸ ਤੋਂ ਬਿਨਾਂ 24 ਦੇ ਕਰੀਬ ਜਿਹੜੀਆਂ ਮੈਂ FIR ਤੁਹਾਨੂੰ ਗਿਣਾਈਆਂ, ਬਾਬਾ ਬਕਾਲਾ ਸਾਹਿਬ, ਅਜਨਾਲਾ ਤੇ ਅੰਮ੍ਰਿਤਸਰ ਦੀਆਂ ਜਿਹੜੀਆਂ FIR ਨੇ, ਉਹਦੇ ਜਿਹੜੇ ਨੌਜਵਾਨ ਨੇ ਇਹ ਸਾਰੇ ਨੇ। ਔਰ ਤੁਸੀਂ ਦੂਸਰੀ ਗੱਲ ਦੇਖੋ, ਤੁਸੀਂ 107 151 ਦੇ ਕੇਸ 'ਚ ਜਦੋਂ ਨੌਜਵਾਨਾਂ ਨੂੰ ਪੇਸ਼ੀ ਲਈ ਲਿਆਇਆ ਜਾਂਦਾ, ਉਹਨਾਂ ਨੂੰ ਬਖਤਰਬੰਦ ਗੱਡੀਆਂ 'ਚ ਲੈ ਕੇ ਆਉਂਦੇ ਨੇ। ਮੇਰਾ ਸਭ ਤੋਂ ਵੱਡਾ ਰੋਸ ਇਸ ਗੱਲ ਕਰਕੇ ਹੈ ਕਿ ਇੱਕ ਨੌਜਵਾਨ ਸਿਰਫ ਇਸ ਗੱਲ ਕਰਕੇ ਕਿ ਉਹ ਪੰਜਾਬੀ ਨੇ, ਉਹਨਾਂ ਨੂੰ ਤੁਸੀਂ ਬਖਤਰਬੰਦ ਗੱਡੀਆਂ 'ਚ ਭਾਰੀ ਸੁਰੱਖਿਆ 'ਚ ਇਸ ਤਰੀਕੇ ਪੇਸ਼ ਕਰਦੇ ਹੋ ਜਿਵੇਂ ਪਤਾ ਨਹੀਂ ਉਹਨਾਂ ਨੇ ਕਿੱਡਾ ਕੁ ਵੱਡਾ ਕਾਰਨਾਮਾ ਕੀਤਾ ਹੈ। ਕੇਸ ਕੀ ਹੈ? 107 151 ਦਾ। ਸੋ ਕਿਤੇ ਨਾ ਕਿਤੇ ਤੁਹਾਡੀ ਮਾਨਸਿਕ ਜਿਹੜੀ ਹਾਲਾਤ ਨੇ ਉਹਨਾਂ ਨੂੰ ਚੋਟ ਜਿਹੜੀ ਭਗਵੰਤ ਮਾਨ ਸਰਕਾਰ ਕੇਂਦਰ ਦੇ ਕਹਿਣ ਤੇ ਪਹੁੰਚਾ ਰਹੀ ਹੈ, ਇਹ ਬਹੁਤ ਆਪਣੇ ਆਪ 'ਚ ਚਿੰਤਾ ਦਾ ਵਿਸ਼ਾ। 18 ਤਰੀਕ ਨੂੰ ਜਦੋਂ ਘਟਨਾਕ੍ਰਮ ਵਾਪਰਦਾ 11-12 ਵਜੇ ਫੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਮਰਪਾਲ ਨੂੰ। ਹੁਣ ਲੋਕਾਂ 'ਚ ਚਰਚਾ ਹੈ ਕਿ ਜਾਂ ਸਵੇਰੇ 8 ਵਜੇ ਫੜ ਲੈਂਦੇ ਜਾਂ ਫਿਰ ਉਦੋਂ ਪਹਿਲਾਂ ਰਾਤ ਨੂੰ ਫੜਿਆ ਜਾ ਸਕਦਾ ਸੀ। ਇਹ 'ਚ ਪੰਜਾਬ ਪੁਲਿਸ ਦੀ ਕੋਈ ਕਿਤੇ ਨਾ ਕਿਤੇ ਘਾਟ ਲੱਗਦੀ ਜਾਂ ਫਿਰ ਸਰਕਾਰ ਦੀ ਕੋਈ ਘਾਟ, ਕੋਈ ਡਾਇਰੈਕਸ਼ਨ ਦੇਣ 'ਚ? ਨਹੀਂ, ਅਸੀਂ ਤਾਂ ਪਹਿਲੇ ਦਿਨ ਹੀ ਕੁਐਸਚਨ ਰੇਜ਼ ਕੀਤਾ ਸੀ ਕਿ ਜੇ ਫੜਨਾ ਹੁੰਦਾ ਕਿਸੇ ਨੂੰ ਵੀ, ਕਿਸੇ ਦੇ ਵੀ ਖਿਲਾਫ ਕੇਸ ਹੋਵੇ ਤੇ ਪੁਲਿਸ ਦੀ ਇੱਕ ਨਾਰਮਲ ਪ੍ਰੈਕਟਿਸ ਹੈ ਕਿ ਜੇ ਉਹ ਬੰਦਾ ਘਰ ਰਹਿੰਦਾ ਤੇ ਉਹ ਸਵੇਰੇ ਉਹਨੂੰ ਚੁੱਪ ਕਰਕੇ ਘਰੋਂ ਫੜ ਲੈਂਦੇ। ਨਾਰਮਲ ਪ੍ਰੈਕਟਿਸ ਹੈ ਪੁਲਿਸ ਦੀ। ਤੇ ਇੱਥੇ ਤਾਂ ਹੁਣ ਜਿਹੜੀ ਮੈਂ ਤੁਹਾਨੂੰ ਹਰਿਆਣੇ ਦੇ ਗ੍ਰਹਿ ਮੰਤਰੀ ਦੀ ਸਟੇਟਮੈਂਟ ਦਿੱਤੀ ਹੈ, ਇਹ ਤਾਂ ਕੁਝ ਹੋਰ ਹੀ ਕਹਿੰਦੀ ਹੈ ਨਾ। ਮੈਂ ਤੁਹਾਡਾ ਤਾਂ ਹੀ ਧਿਆਨ ਵਾਰ-ਵਾਰ ਉੱਥੇ ਲਿਆਉਂਦਾ ਪਿਆ ਵੀ ਗੱਲਾਂ ਅਸੀਂ ਪਹਿਲੇ ਦਿਨ ਕਹਿ ਰਹੇ ਸੀ ਕਿ ਸਾਜ਼ਿਸ਼ ਹੈ। ਵੀ ਪੁੱਛੋ ਤਾਂ ਸਹੀ ਵੀ ਕਿੰਨੇ ਰੋਕਿਆ ਸੀ, ਵੀ ਨਾ ਹਰਿਆਣਾ ਗਵਰਨਮੈਂਟ ਨੂੰ ਵੀ ਕਿੰਨੇ ਰੋਕਿਆ ਸੀ ਤੇ ਪੰਜਾਬ ਗਵਰਨਮੈਂਟ ਨੂੰ ਕਿੰਨੇ ਰੋਕਿਆ ਸੀ ਵੀ ਜਾਣਾ ਨਹੀਂ। ਤੁਹਾਡਾ ਮਤਲਬ ਸਰਕਾਰ ਫੜਨਾ ਨਹੀਂ ਚਾਹੁੰਦੀ ਸੀ, ਪਰ ਫਿਰ ਇਹਦੇ ਵਿੱਚ ਕੀ ਲੱਗਦਾ ਕਿਉਂ? ਇਹਦੇ ਪਿੱਛੇ ਸਿਰਫ ਪੰਜਾਬ ਨੂੰ ਤੇ ਸਿੱਖ ਕੌਮ ਨੂੰ ਬਦਨਾਮ ਕਰਕੇ, ਦੇਸ਼ ਨੂੰ ਪੋਲਰਾਈਜ਼ ਕਰਕੇ ਵੋਟਾਂ ਲੈਣ ਦੀ ਵੱਡੀ ਰਾਜਨੀਤੀ ਹੈ। ਅਸੀਂ ਸਪਸ਼ਟ ਕਹਿੰਦੇ ਹਾਂ, ਉਹਦੇ 'ਚ ਕੀ ਗੱਲ ਹੈ। ਇਹ ਪੁਰਾਣਾ 80 ਵਾਲਾ ਜਿਹੜਾ ਮਾਹੌਲ ਹੈ ਉਹ ਪੰਜਾਬ 'ਚ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੀਮਾ ਸਾਹਿਬ ਯੂਕੇ ਦੇ ਵਿੱਚ 10 ਦਿਨ ਹੋ ਗਏ ਆ ਔਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੀਗਲ ਸੈੱਲ ਵੀ ਜਿਹੜਾ ਕੰਮ ਕਰ ਰਿਹਾ, ਇਹਦੇ ਬਾਰੇ ਤੁਸੀਂ ਹੁਣ ਕਿੰਨਾ ਕੁ ਚਿਰ ਹੋਰ ਇੰਤਜ਼ਾਰ ਕਰ ਸਕਦੇ ਹੋ ਤੇ ਸ਼੍ਰੋਮਣੀ ਅਕਾਲੀ ਦਲ ਦਾ ਇਹਦੇ ਬਾਰੇ ਕੀ ਰਾਜਸੀ ਸਟੈਂਡ ਕੀ ਹੋਏਗਾ ਪਾਰਟੀ ਦਾ? ਨਹੀਂ, ਅਸੀਂ ਤੇ ਜਿਹੜੀ ਹੈ ਜਿੱਥੇ ਜਿੱਥੇ ਲੀਗਲ ਹੈਲਪ ਲੋਕਾਂ ਦੀ ਲੋੜ ਹੈ ਉੱਥੇ ਲੀਗਲ ਹੈਲਪ ਕਰਾਂਗੇ। ਬਾਕੀ ਇਹ ਜਨਤਾ ਦੀ ਕਚਹਿਰੀ ਦੇ ਵਿੱਚ ਇਸ ਇਸ਼ੂ ਨੂੰ ਲੈ ਕੇ ਜਾਣਾ ਉਹ ਸਾਡਾ ਕੰਮ ਹੈ। ਅੱਜ ਅਕਾਲ ਤਖਤ ਸਾਹਿਬ ਦੇ ਉੱਤੇ ਵੀ ਮੀਟਿੰਗ ਹੋਈ ਹੈ। ਹੁਣ ਅਕਾਲ ਤਖਤ ਸਾਹਿਬ ਵੀ ਜੋ ਫੈਸਲਾ ਕਰੇਗਾ ਉਹਦੇ ਨਾਲ ਵੀ ਅਸੀਂ, ਕਿਉਂਕਿ ਸਾਡੀ ਡਿਊਟੀ ਹੈ, ਜੋ ਉਹ ਹੁਕਮ ਸੁਣਾਉਣਗੇ ਉੱਥੇ ਵੀ ਅਸੀਂ ਡਟ ਕੇ ਪਹਿਰਾ ਦਿਆਂਗੇ। ਕਿਉਂਕਿ ਇਸ ਵੇਲੇ ਜਿਹੜੀ ਲੜਾਈ ਹੈ ਛੋਟੀ ਨਹੀਂ ਰਹਿ ਗਈ, ਲੜਾਈ ਬਹੁਤ ਵੱਡੀ ਰਹਿ ਗਈ। ਕਿਉਂਕਿ ਕੋਈ ਇਸ਼ੂ ਨਹੀਂ ਸੀਗਾ। ਜਿਸ ਤਰੀਕੇ ਇਹ ਸਾਰਾ ਕੁਝ ਕੀਤਾ ਗਿਆ, ਇਹ ਬਿਲਕੁਲ ਜਿਹੜੀ ਹੈ ਇਹਦੀ ਜ਼ਰੂਰਤ ਨਹੀਂ ਸੀ ਕਿ ਉਸ ਲੈਵਲ ਦੀ। ਮੈਂ ਤਾਂ ਹੀ ਪੁੱਛ ਰਿਹਾ ਨਾ ਵੀ ਅਸੀਂ ਤਾਂ ਹੁਣ 10 ਦਿਨਾਂ ਬਾਅਦ ਪੁੱਛਦੇ ਹਾਂ ਵੀ ਦੱਸੋ ਨਿਕਲਿਆ ਕੀ। ਤੇ ਜਥੇਦਾਰ ਸਾਹਿਬ ਦਾ ਬਿਆਨ ਆਇਆ ਕਿ ਜਿਹੜੇ ਹਿੰਦੂ ਰਾਸ਼ਟਰਵਾਦ ਦੀ ਮੰਗ ਕਰਦੇ ਆ ਜਾਂ ਫਿਰ ਗੋਲੀ ਮਾਰਨ ਦੀ ਗੱਲ ਕਰਦੇ ਆ ਕਿ ਅਮਰਪਾਲ ਨੂੰ ਗੋਲੀ ਨਾਲ ਮਾਰ ਦਿਓ, ਤੇ ਉਹਨਾਂ ਤੇ ਵੀ ਪਰਚੇ ਦਰਜ ਹੋਣ। ਠੀਕ ਹੈ, ਬਿਲਕੁਲ। ਜੇ ਕੋਈ ਵੀ ਵਾਇਲੈਂਸ ਵਾਸਤੇ ਕਿਸੇ ਨੂੰ ਵੀ ਪ੍ਰਵੋਕ ਕਰਦਾ ਕੋਈ ਵੀ, ਕਿਉਂਕਿ ਪੰਜਾਬ 'ਚ ਤਾਂ ਦੇਖੋ ਨਾ ਤੁਸੀਂ ਵੀ ਕੋਈ ਮਾੜੀ ਜੀ ਸਰਕਾਰ ਦੇ ਖਿਲਾਫ ਵੀ ਕੋਈ ਪੋਸਟ ਪਾਉਂਦਾ, ਇੱਥੇ ਤਾਂ ਐਮਰਜੈਂਸੀ ਤੋਂ ਬਹੁਤ ਮਾੜੇ ਹਾਲਾਤ ਹੋ ਗਏ ਆ। ਮੈਂ ਤੁਹਾਨੂੰ ਵੀ ਬੇਨਤੀ ਕਰਦਾ ਕਿ ਥੋੜ੍ਹੇ ਜਿਹੇ ਤਗੜੇ ਹੋਵੋ, ਕਿਉਂਕਿ ਜਥੇਦਾਰ ਦਾ ਬਿਆਨ ਆਇਆ ਹੈ
ਨੌਜਵਾਨ ਛੱਡ ਦਿਓ, ਨਹੀਂ ਤਾਂ ਵਰਨਾ ਖਾਲਸਾ ਮਾਰਚ ਠੀਕ ਹੈ, ਜੋ ਵੀ ਉਹ ਫੈਸਲਾ ਕਰਨਗੇ ਅਸੀਂ ਤਾਂ ਉਹਨਾਂ ਦਾ ਅਕਾਲੀ ਦਲ ਦਾ ਕੀ ਜੋ ਵੀ, ਮੈਂ ਤਾਂ ਕਿਹਾ ਅਕਾਲੀ ਦਲ ਤਾਂ ਹਮੇਸ਼ਾ ਹੀ ਸਿਰ ਝੁਕਾਉਂਦਾ ਅਕਾਲ ਤਖਤ ਸਾਹਿਬ ਅੱਗੇ, ਜੋ ਵੀ ਉਹ ਫੈਸਲਾ ਕਰਨਗੇ ਅਸੀਂ ਉਹਦੇ ਡਟ ਕੇ ਉੱਤੇ ਕਰਾਂਗੇ। ਇੱਕ ਚੀਮਾ ਸਾਹਿਬ ਇੱਕ ਸ਼ਬਦ ਬੜਾ ਪ੍ਰਚਲਿਤ ਹੋਇਆ ਸੀ, ਪ੍ਰਚਲਿਤ ਰਿਹਾ ਪ੍ਰਯੋਗ ਸ਼ਬਦ। ਪੰਜਾਬ ਦੇ ਵਿੱਚ ਵੀ ਕਿਤੇ ਐਕਸਪੈਰੀਮੈਂਟ ਕੀਤਾ ਜਾ ਰਿਹਾ? ਨਹੀਂ, ਪੰਜਾਬ ਨੂੰ ਤਾਂ ਪਹਿਲਾਂ ਵੀ ਬੜੀ ਪੁਰਾਣੀ ਐਸਟੈਬਲਿਸ਼ਡ ਪ੍ਰਯੋਗਸ਼ਾਲਾ ਦੇ ਤੌਰ ਦੇ ਉੱਤੇ ਪਹਿਲਾਂ ਬੜੀ ਵੱਡੀ ਲੈਬ ਪੰਜਾਬ 'ਚ ਸੈੱਟ ਕੀਤੀ ਗਈ ਸੀ। ਹੁਣ ਫਿਰ ਕੋਸ਼ਿਸ਼ ਹੋ ਰਹੀ ਹੈ ਕਿ ਉਹਨਾਂ ਜਿਹੜੇ ਆ ਕਦਮਾਂ ਦੇ ਉੱਤੇ ਚੱਲ ਕੇ, ਉਸੇ ਹੀ ਰਸਤੇ ਚੱਲ ਕੇ ਤੇ ਫਿਰ ਇਹਨੂੰ ਬਦਨਾਮ ਕਰਕੇ, ਸਿੱਖ ਕੌਮ ਨੂੰ ਬਦਨਾਮ ਕਰਕੇ ਤੇ ਬਾਕੀ ਦੇਸ਼ ਦੇ ਵਿੱਚ ਪੋਲਰਾਈਜ਼ ਕਰਕੇ ਵੋਟਾਂ ਲਈਆਂ ਜਾਣ। ਇੱਕ ਨੈਸ਼ਨਲ ਅਤੇ ਇੰਟਰਨੈਸ਼ਨਲ ਲੈਵਲ ਤੇ ਚਾਹੇ ਯੂਕੇ ਹੋਵੇ ਹੋਰ ਕੰਟਰੀ ਹੋਵੇ, ਖਾਲਿਸਤਾਨੀ ਐਕਟਿਵਿਸਟ ਬੜੇ ਨਜ਼ਰ ਆ ਰਹੇ ਨੇ। ਪੰਜਾਬ ਦੇ ਅੰਦਰ ਵੀ ਇਹ ਚੀਜ਼ਾਂ ਹੁਣ ਥੋੜਾ ਚੂਲ ਪਕੜਦੀਆਂ। ਖਾਲਿਸਤਾਨ ਤੇ ਅਕਾਲੀ ਦਲ ਦਾ ਕੀ ਸਟੈਂਡ ਹੈ? ਦੇਖੋ, ਅਕਾਲੀ ਦਲ ਦਾ ਇੱਕ ਵਾਰੀ ਨਹੀਂ, ਅਸੀਂ 1000 ਵਾਰੀ ਕਲੀਅਰ ਕਰ ਰਹੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਕਦੀ ਵੀ ਖਾਲਿਸਤਾਨ ਦੇ ਹੱਕ ਦੇ ਵਿੱਚ ਨਹੀਂ ਰਿਹਾ। ਔਰ ਮੈਂ ਕਹਿ ਰਿਹਾ ਕਿ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਜੋ ਹੋ ਰਿਹਾ, ਉੱਥੇ ਵੀ ਸਾਡੇ ਦੇਸ਼ ਦੀ ਸਰਕਾਰ ਨੂੰ, ਸਾਡੇ ਉੱਥੇ ਦੇ ਜਿਹੜੇ ਹਾਈ ਕਮਿਸ਼ਨ ਨੇ, ਜਿਹੜੀਆਂ ਐਮਬੈਸੀਆਂ ਨੇ, ਉਹਨਾਂ ਨੂੰ ਜਿਹੜੇ ਹੈਗੇ ਆ ਆਪਣੇ ਦੇਸ਼ ਦੇ ਭਾਈਚਾਰੇ ਨੂੰ, ਪੰਜਾਬੀ ਭਾਈਚਾਰੇ ਨੂੰ ਇਕੱਠੇ ਬੈਠ ਕੇ ਤੇ ਇਹ ਮਸਲੇ ਜਿਹੜੇ ਨੇ ਸੁਲਝਾਉਣੇ ਚਾਹੀਦੇ। ਗੱਲ ਨੂੰ ਵਧਾਉਣਾ ਨਹੀਂ ਚਾਹੀਦਾ। ਜੇ ਕੋਈ ਆਪਣਾ ਉੱਥੇ ਕੋਈ ਗਲਤੀ ਵੀ ਕਰਦਾ, ਉਹਦੀ ਕਾਉਂਸਲਿੰਗ ਕਰਨੀ ਚਾਹੀਦੀ। ਜਿਸ ਤਰ੍ਹਾਂ ਉੱਥੇ ਨੈਸ਼ਨਲ ਜਿਸ ਤਰ੍ਹਾਂ ਦਾ ਮਾਹੌਲ ਅਸੀਂ ਇੱਥੋਂ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਉੱਥੇ ਕੋਈ 50-100 ਬੰਦੇ ਨਹੀਂ ਰਹਿੰਦੇ, ਲੱਖਾਂ ਦੀ ਗਿਣਤੀ 'ਚ ਪੰਜਾਬੀ ਉੱਥੇ ਰਹਿੰਦੇ ਨੇ। ਜਿਸ ਤਰ੍ਹਾਂ ਨੈਸ਼ਨਲ ਫਲੈਗ ਦਾ ਉਹਦੇ 'ਚੋਂ ਕਿੰਨੇ ਇਨਵਾਲਵਡ ਹੁੰਦੇ ਨੇ, ਇਹ ਜਾਣ ਬੁੱਝ ਕੇ ਫਿਗਰਸ ਵਧਾ ਚੜਾ ਕੇ ਪੇਸ਼ ਇੱਥੇ ਕੀਤੀਆਂ ਜਾ ਰਹੀਆਂ ਨੇ। ਉੱਥੇ ਕਿਸੇ ਕੰਟਰੀ ਚਲੇ ਜਾਓ, ਜਿਹੜੇ ਅਮਰੀਕਾ, ਕੈਨੇਡਾ, ਯੂਕੇ ਹੈ, ਇੱਥੇ ਕੋਈ ਪੰਜਾਬੀਆਂ ਦੀ ਗਿਣਤੀ ਤਾਂ ਉੱਥੇ ਤਾਂ ਪੂਰੇ ਦੇ ਪੂਰੇ ਸ਼ਹਿਰਾਂ ਦੇ ਸ਼ਹਿਰ ਪੰਜਾਬੀ ਨੇ। ਪਰ ਤਾਂ ਲੱਗਦਾ ਨਹੀਂ ਨੈਸ਼ਨਲ ਫਲੈਗ ਦਾ ਜਿੱਦਾਂ ਅਪਮਾਨ ਕੀਤਾ ਗਿਆ, ਪੰਜਾਬੀਆਂ ਨੂੰ ਮਤਲਬ ਗਲਤ ਦਿਖਾਇਆ ਗਿਆ ਉਹਨਾਂ ਵੱਲੋਂ, ਜਿਹੜੇ 20-25 ਬੰਦੇ ਉਹਨਾਂ ਵੱਲੋਂ ਸਾਰੇ ਪੰਜਾਬੀ। ਦੇਖੋ, ਗੱਲ ਇਹ ਹੈ ਕਿ ਪੰਜਾਬੀਆਂ ਨੂੰ ਤਾਂ ਨੈਸ਼ਨਲ ਫਲੈਗ ਦੀ ਜਿੰਨੀ ਇੱਜ਼ਤ ਹੈ, ਕਿਉਂਕਿ ਜਿੰਨੀਆਂ ਵੱਡੀਆਂ ਕੁਰਬਾਨੀਆਂ ਪੰਜਾਬੀਆਂ ਨੇ, ਸਿੱਖ ਕੌਮ ਨੇ ਦੇਸ਼ ਆਜ਼ਾਦ ਕਰਾਉਣ ਵਾਸਤੇ ਕੀਤੀਆਂ, ਤੇ ਜੇ ਇਹਨਾਂ ਨੂੰ ਜਿਹੜਾ ਰਾਸ਼ਟਰੀ ਝੰਡੇ ਦਾ ਸਨਮਾਨ ਸਮਝਾਉਣਾ ਪਏਗਾ ਤੇ ਫਿਰ ਹੋਰ ਬਾਕੀਆਂ ਨੂੰ ਕੀ ਕਰਾਂਗੇ? ਇਸ ਕਰਕੇ ਇਹ ਜਿਹੜੀ ਹੈਗੀ ਹੈ ਦੇਸ਼ ਪ੍ਰਤੀ ਦਾ ਜਜ਼ਬਾ ਜਿਹੜਾ ਹੈਗਾ, ਇਹ ਪੰਜਾਬੀਆਂ ਦੇ ਵਿੱਚ ਤੇ ਖੂਨ ਦੇ ਵਿੱਚ ਆ, ਕਿਉਂਕਿ ਸਭ ਤੋਂ ਵੱਡਾ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਜ਼ੋਰ ਹੀ ਸਾਡਾ ਲੱਗਿਆ। ਕਾਲ ਕੋਠੜੀਆਂ 'ਚ ਸਭ ਤੋਂ ਵੱਧ ਪੰਜਾਬ ਦੇ ਗਏ ਸਿੱਖ ਕੌਮ ਹਮੇਸ਼ਾ ਸਭ ਤੋਂ ਅੱਗੇ ਹੋ ਕੇ ਰਹੀ ਹੈ। ਇਸ ਕਰਕੇ ਇਹ ਤਾਂ ਜਾਣ ਬੁੱਝ ਕੇ ਜਿਹੜੇ ਆ ਹਾਲਾਤ ਇਸ ਤਰ੍ਹਾਂ ਦੇ ਪੇਸ਼ਕਾਰੀਆਂ ਕੀਤੀਆਂ ਜਾਂਦੀਆਂ ਨੇ ਕਿ ਹਰ ਵਾਰੀ ਜਿਹੜਾ ਤੁਹਾਨੂੰ ਨਵੀਂ ਜਾ ਕੇ ਸਰਟੀਫਿਕੇਟ ਲਾਈਨ 'ਚ ਲੱਗ ਕੇ ਲੈਣਾ ਪੈਂਦਾ ਕਿ ਮੈਂ ਦੇਸ਼ ਭਗਤ ਹਾਂ ਕਿ ਨਹੀਂ ਹੈ, ਜਿਹਦੇ 'ਤੇ ਅਸੀਂ ਹਮੇਸ਼ਾ ਇਤਰਾਜ਼ ਕਰਦੇ ਹਾਂ। ਕਿਉਂਕਿ ਜਿਸ ਕੌਮ ਦਾ ਐਡਾ ਵੱਡਾ ਸ਼ਾਨਾਮਤਾ ਇਤਿਹਾਸ ਹੋਵੇ, ਉਹਨੂੰ ਕੋਈ ਪੁਆਇੰਟ ਆਊਟ ਹੀ ਕਿਉਂ ਕਰੇ ਇਸ ਗੱਲ ਵਾਸਤੇ? ਕਲੀਅਰ ਸਾਹਿਬ, ਇੱਕ ਤੁਸੀਂ ਜ਼ਿਕਰ ਕੀਤਾ ਝੰਡੇ ਦਾ, ਇੱਕ ਜ਼ਿਕਰ ਕੀਤਾ ਮੈਪ ਦਾ ਕਿ ਪੁਰਾਣਾ ਰਣਜੀਤ ਸਿੰਘ ਦੇ ਦੌਰ ਦਾ ਸੀਗਾ, ਲੇਕਿਨ AKF ਦਾ ਜ਼ਿਕਰ ਕਾਫੀ ਆਇਆ ਜੀ ਕਿ AKF ਅਨੰਦਪੁਰ ਖਾਲਸਾ ਫੌਜ ਦਾ ਹੋ ਗਿਆ, ATF ਦਾ ਵੀ ਆਇਆ ਕਿ ਅੰਮ੍ਰਿਤਪਾਲ ਟਾਈਗਰ ਫੋਰਸ ਦਾ ਜ਼ਿਕਰ, ਕਿ ਲੀਗਲ ਕਾਰਵਾਈ ਦੇ ਵਿੱਚ ਤੁਸੀਂ ਆਹ ਚੀਜ਼ਾਂ ਵੀ ਵੇਖ ਰਹੇ ਹੋ ਇਹਦੇ ਨਾਲ ਕਿ ਫੌਜ ਤਿਆਰ ਕੀਤੀ ਜਾ ਰਹੀ ਸੀਗੀ? ਇਹਦੇ ਨਾਲ ਜੁੜਿਆ ਹੋਇਆ ਇੱਕ ਇਹ ਵੀ ਹੈ, ਪੁਲਿਸ ਨੇ ਉਹ ਫੋਟੋਜ਼ ਔਰ ਫਲੈਗ ਦਿਖਾਏ ਤਾਂ ਪੁਲਿਸ ਨੇ ਪੂਰਾ ਉਸਨੂੰ ਕਿਹਾ ਕਿ ਇਹ ਸੈਕਸ਼ਨਲਾਈਜ਼ ਕੀਤਾ ਜਾ ਰਿਹਾ ਸੀ, ਐਗਜ਼ੈਜਰੇਟ ਕੀਤਾ। ਪੁਲਿਸ ਨੇ ਉਹ ਤੱਥ ਪੇਸ਼ ਕੀਤੇ ਨੇ, ਉਸਨੂੰ ਕਿਵੇਂ ਦੇਖਦੇ ਹੋ? ਕਿ ਉਸਨੂੰ ਵੀ ਚੈਲੰਜ ਕੀਤਾ ਜਾਏਗਾ? ਮੈਂ ਕਰ ਰਿਹਾ ਪੰਜਾਬ ਦੀ ਹਿਸਟਰੀ ਦੀ ਗੱਲ। ਮੈਂ ਇਹ ਗੱਲ ਕਰ ਰਿਹਾ ਕਿ ਜਿਹੜੇ ਉਹ ਦਿਖਾਇਆ ਗਿਆ ਜੋ ਕੁਝ, ਉਹ ਪਾਰਟ ਆਫ ਰਿਕਾਰਡ ਹੈ, ਪਾਰਟ ਆਫ ਹਿਸਟਰੀ ਹੈ ਤੇ ਸਾਰੇ ਕਿਤੇ ਅਵੇਲੇਬਲ ਹੈ। ਔਰ ਦੂਸਰੀ ਜਿਹੜੀ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਅੱਜ ਦੀ ਲੜਾਈ ਅਸੀਂ ਲੜ ਰਹੇ ਹਾਂ, ਸਾਡਾ ਬੜਾ ਸਿੱਧਾ ਜਿਹਾ ਮਕਸਦ ਹੈ ਕਿ ਤੁਸੀਂ ਅਗਰ ਇੱਕ ਕੇਸ ਦੇ ਵਿੱਚ ਇੱਕ ਬਹੁਤ ਜ਼ਿਆਦਾ ਹਾਈਪਡ ਸਿਚੁਏਸ਼ਨ ਦੇ ਵਿੱਚ ਬੇਕਸੂਰ ਨੌਜਵਾਨਾਂ ਨੂੰ ਉਹਦੇ 'ਚ ਇਨਵੋਲਵ ਕਰ ਰਹੇ ਹੋ, ਦੇਖੋ ਸਰਕਾਰ ਨੂੰ ਇੱਕ ਲਾਈਨ ਡਰਾਅ ਕਰਨੀ ਪਊਗੀ। ਸਰਕਾਰ ਨੂੰ ਅਕੰਪਲਿਸ ਤੇ ਸਪੋਰਟਰ ਦਾ ਫਰਕ ਸਮਝਣਾ ਪਊਗਾ। ਇਹ ਜਿਹੜੇ ਨੌਜਵਾਨਾਂ ਨੂੰ ਚੱਕਿਆ ਜਾ ਰਿਹਾ, ਮੈਂ ਬਾਰ-ਬਾਰ ਰਿਟਰੇਟ ਕਰ ਰਿਹਾ ਕਿ ਇਹ ਪੜ੍ਹਨ ਵਾਲੇ ਨੌਜਵਾਨ ਨੇ। ਤੁਸੀਂ ਪਾੜੂ ਨੌਜਵਾਨਾਂ ਨੂੰ ਪੇਂਟ ਕਰ ਰਹੇ ਹੋ ਕਿ ਇਹ ਦੂਸਰੀ ਲਹਿਰ ਦੇ ਨੌਜਵਾਨ ਨੇ। ਇਹਦੇ ਉੱਤੇ ਸਾਨੂੰ ਸਖਤ ਆਬਜੈਕਸ਼ਨ ਹੈ, ਕਿਉਂਕਿ ਅਗਰ ਤੁਹਾਡਾ ਪੁਲਿਸ ਦਾ ਆਪਣਾ ਕੇਸ ਹੀ 107 151 ਦਾ ਹੈ ਤਾਂ ਇਹ ਤੋਂ ਅੱਗੇ ਤਾਂ ਰਹਿਣ ਨੂੰ ਕੁਝ ਨਹੀਂ ਕਹਿਣ ਨੂੰ ਰਹਿ ਨਹੀਂ ਜਾਂਦਾ, ਕਿਉਂਕਿ ਪੁਲਿਸ ਦੇ ਮੁਤਾਬਿਕ 107 151 ਦੇ ਵਿੱਚ ਨੇ। ਸੋ ਅਗਰ ਉਹ ਨੌਜਵਾਨਾਂ ਨੂੰ ਤੁਸੀਂ ਚੱਕ ਕੇ ਜੇਲ੍ਹਾਂ ਦੇ ਵਿੱਚ ਸੁੱਟ ਰਹੇ ਹੋ, ਉਹਨਾਂ ਨੂੰ ਬੇਵਜ੍ਹਾ ਤੁਸੀਂ ਨੈਸ਼ਨਲ ਇੰਟਰਨੈਸ਼ਨਲ ਲੈਵਲ ਤੇ ਐਂਟੀ ਨੈਸ਼ਨਲ ਪੇਂਟ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਉਹਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਦੀ ਲੜਾਈ ਹੈ ਔਰ ਉਸੇ ਲੜਾਈ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਲੀਗਲ ਸੈੱਲ ਲੈ ਕੇ ਚੱਲ ਰਿਹਾ। ਪੁਲਿਸ ਨੇ ਉਹ ਨਹੀਂ, ਮੈਂ ਜਿਹੜਾ ਕੁਐਸਚਨ ਸਟਾਰਟਿੰਗ ਤੇ ਅੰਕੜਾ ਦਿੱਤਾ ਸੀ ਨਾ, ਉਹਦਾ ਬੜਾ ਖਾਸ ਮਕਸਦ ਸੀ
ਵੀ ਅਸੀਂ 10 ਦਿਨ ਉਡੀਕਿਆ ਕਿ ਐਡਾ ਵੱਡਾ ਆਪਰੇਸ਼ਨ ਪੰਜਾਬ 'ਚ ਹੋਇਆ ਤੇ ਅਸੀਂ ਵੇਟ ਕਰਦੇ ਸੀ ਵੀ ਉਹਦੀ ਆਊਟਕਮ ਕੋਈ ਬੜੀ ਵੱਡੀ ਨਿਕਲੇਗੀ ਜਿਸ ਲੈਵਲ ਦੇ ਉੱਤੇ ਕੇਂਦਰ ਵੀ ਪੱਬਾ ਭਾਰ ਹੋਇਆ ਪਿਆ, ਸਾਰੀ ਸਟੇਟ ਦੀ ਪੁਲਿਸ ਵੀ ਹੋਈ ਹੈ। ਤੇ ਆ ਜਾ ਕੇ ਕੱਲ ਦੀ ਡੀਜੀਪੀ ਸਾਹਿਬ ਦੀ ਸਟੇਟਮੈਂਟ ਤੋਂ ਮੈਂ ਦੱਸਿਆ ਕਿ ਉਹਨਾਂ ਨੇ ਕਿਹਾ ਕਿ 40 ਕੁ ਬੰਦੇ ਹੈਗੇ ਆ ਜਿਨ੍ਹਾਂ ਦੇ ਖਿਲਾਫ ਥੋੜ੍ਹਾ ਬਹੁਤਾ ਕੇਸ ਬਣਦਾ, 40 ਤੇ 8 ਸਿਰਫ ਉਹ ਨੇ ਅੱਜ ਵਾਲਾ ਪਾ ਕੇ ਜਿਹੜੇ NSA 'ਚ ਹੋਏ ਨੇ। ਤੇ ਸਾਡੀ ਪੌਣੇ 3 ਕਰੋੜ ਦੀ ਆਬਾਦੀ ਹੈ। ਇਹਨਾਂ ਦੇ ਵਿੱਚੋਂ ਵੀ ਕੋਈ ਉੱਦਾਂ ਦਾ ਕੋਈ ਕੇਸ 40 ਦੇ ਖਿਲਾਫ ਨਹੀਂ ਹੈਗਾ ਵੀ ਜਿਹੜਾ ਤੁਸੀਂ ਕਹੋ ਵੀ ਕੋਈ ਦੇਸ਼ ਦੇ ਵਿਰੁੱਧ ਕੋਈ ਵੱਡੀ ਸਾਜ਼ਿਸ਼ ਸੀ, ਕੋਈ ਬੜੇ ਬੰਬ ਬਲਾਸਟ ਹੋਏ ਆ, ਕੋਈ ਬੜੇ ਵੱਡੇ ਇਹਨਾਂ ਨੇ ਨੁਕਸਾਨ ਕਰ ਦਿੱਤੇ ਆ, ਕੋਈ ਬੜੇ ਵੱਡੇ ਉਸ ਤਰ੍ਹਾਂ ਦੇ ਵੈਪਨ ਨਿਕਲੇ ਆ, ਕੋਈ ਬੰਬ ਨਿਕਲੇ ਆ, ਕੋਈ ਬਰੂਦ ਨਿਕਲਿਆ, ਕੋਈ ਦੂਜਾ ਨਿਕਲਿਆ, ਉਹ ਵੀ ਨਹੀਂ ਕੁਛ ਨਿਕਲਿਆ। ਤੇ ਫਿਰ ਪੇਸ਼ਕਾਰੀ ਇਸ ਲੈਵਲ ਦੀ ਕਿੰਨੇ ਕੀਤੀ? ਮੈਂ ਤਾਂ ਇਹ ਕਹਿੰਦਾ ਹੁਣ ਤੁਹਾਡੇ ਤੇ ਇਹ ਐਲੀਗੇਸ਼ਨ ਲੱਗ ਜਾਣ ਸਾਰੀਆਂ ਤੇ ਨਿਕਲੇ ਵਿੱਚੋਂ ਕੱਖ ਵੀ ਨਾ। ਪੌਣੇ 3 ਕਰੋੜ ਦੀ ਆਬਾਦੀ ਹੈ ਜਿਹਨੂੰ ਤੁਸੀਂ ਬੰਦ ਕਰਕੇ ਰੱਖਿਆ, ਇੰਟਰਨੈਟ ਜਿਹਦਾ ਬੰਦ ਕਰਕੇ ਰੱਖਿਆ, ਸਾਰੀ ਦੁਨੀਆ ਨਾਲ ਜਿਹਨੂੰ ਕੱਟ ਕੇ ਰੱਖਿਆ ਵੀ ਪਤਾ ਨਹੀਂ ਇਹ ਦੇਸ਼ ਨਾਲੋਂ ਕਿੱਥੇ ਸਾਰੇ ਭੱਜ ਚੱਲਿਆ। ਤੇ ਵਿੱਚੋਂ ਆ ਜਾ ਕੇ ਨਿਕਲਿਆ ਕਿ ਖੋਦਿਆ ਪਹਾੜ ਨਿਕਲਿਆ ਚੂਹਾ। ਵੀ ਹੁਣ ਤੁਸੀਂ ਦੱਸ ਨਹੀਂ ਪਾ ਰਹੇ ਵੀ ਇਹਨਾਂ ਕੋਲ ਨਿਕਲਿਆ ਕੀ। ਵਾਰ-ਵਾਰ ਹੁਣ ਅੰਮ੍ਰਿਤਪਾਲ ਦੇ ਦੁਆਲੇ ਹੀ ਹੈ ਨਾ ਮੀਡੀਆ ਘਮਾਈ ਜਾਂਦੇ ਹੋ, ਠੀਕ ਹੈ। ਤੇ ਬਸ ਜਿਹੜੇ ਉਹਦੇ ਨਾਲ ਦੇ ਨਿਕਲੇ ਆ, ਜੇ ਕੋਈ ਗੱਲ ਹੁੰਦੀ ਤੇ ਸਾਰੇ ਨਾਲ ਦੇ ਫੜੇ ਆ, ਸਾਰੇ ਤੁਸੀਂ ਇੰਟਰੋਗੇਟ ਕਰ ਲਏ ਆ। ਤੇ ਜੇ ਕੋਈ ਗੱਲ ਨਿਕਲਣੀ ਸੀ ਜਿਹੜੀ ਅੰਮ੍ਰਿਤਪਾਲ ਕੋਲੇ ਹੈਗੀ ਆ, ਉਹ ਸਾਰਿਆਂ ਕੋਲੇ ਹੋਣੀ ਸੀ ਜਿਹੜੇ ਵਿਚਾਰੇ 8 ਦਾ ਨਾਂ ਰਹਿੰਦੇ ਸੀ। ਇਹ ਬਾਕੀ ਦੇ ਸਾਰੇ ਤੁਹਾਡੇ ਕਬਜ਼ੇ 'ਚ ਹੀ ਹੈ ਨਾ, 2 ਹੀ ਬਾਹਰ ਰਹਿ ਗਏ। ਤੇ ਕੀ ਨਿਕਲਿਆ ਇੰਨੀ ਦੇਰ ਤੋਂ? ਇਸ ਤਰੀਕੇ ਗੱਲ ਵਧਾ ਚੜਾ ਕੇ ਕਿਉਂ ਪੇਸ਼ ਕੀਤੀ ਗਈ? ਮਤਲਬ ਇੱਕ ਤਸਵੀਰ ਲਗਾਤਾਰ ਜਿਸ ਤਰੀਕੇ ਨਾਲ ਤਸਵੀਰਾਂ ਸਾਹਮਣੇ ਆ ਰਹੀਆਂ ਨੇ, ਅੱਜ ਇੱਕ ਸਵੇਰ ਤੋਂ ਤਸਵੀਰ ਇਹ ਚਰਚਾ ਦਾ ਵਿਸ਼ੇ ਬਣੀ ਪਈ ਹੈ ਜਿਸ ਦੇ ਵਿੱਚ ਅਮਰਪਾਲ ਤੇ ਫਰਦੀਪ ਨਜ਼ਰ ਆ ਰਹੇ ਨੇ। ਹਾਲਾਂਕਿ ਚੈਨਲ ਇਸ ਦੀ ਪੁਸ਼ਟੀ ਨਹੀਂ ਕਰ ਰਹੇ, ਲੇਕਿਨ ਇਹ ਤਸਵੀਰ ਬਿਲਕੁਲ ਕਲੀਅਰ ਨਜ਼ਰ ਆ ਰਹੀ ਜਿਸ ਦੇ ਵਿੱਚ ਉਸਦੇ ਕੱਪੜੇ, ਉਸਦੇ ਲਿਬਾਸ ਤੇ ਸ਼ਕਲਾਂ ਚੇਂਜ ਹੋਈ ਹੋਈਆਂ। ਤੁਸੀਂ ਇਸ ਤਸਵੀਰ ਦੇ ਬਾਰੇ? ਹੁਣ ਮੇਰੇ ਫੋਨ 'ਚ ਮੇਰੀਆਂ ਸਟੂਡੈਂਟ ਲਾਈਫ ਦੀਆਂ ਫੋਟੋ ਪਈਆਂ, ਮੇਰੇ ਘਰ ਵੀ ਪਈਆਂ, ਮੇਰੇ ਦੋਸਤਾਂ ਕੋਲ ਵੀ ਪਈਆਂ। ਤੇ ਕੱਲ੍ਹ ਨੂੰ ਕੋਈ ਮੇਰੀ ਪਾ ਦੇਵੇ ਕਿਸੇ ਦੀ ਮੇਰੇ ਦੋਸਤ ਫੋਟੋ ਤੋਂ ਤਾਂ ਕੀ ਕਰਾਂ? ਹੁਣ ਇਹ ਕੀ ਪਤਾ ਕਦੋਂ ਦੀ ਫੋਟੋ ਹੈ, ਕਦੋਂ ਦੀ ਕੀ ਇਹਦੀ ਰੈਲੀਵੈਂਸ ਹੈ। ਇਹ ਤਾਂ ਜਿਹੜੇ ਫੋਟੋ ਪਾਉਂਦੇ ਉਹਨੂੰ ਨਾਲ ਪੁੱਛੋ ਵੀ ਭਾਈ ਇਹਦੇ ਕੀ ਮਤਲਬ ਕੀ ਹੈ ਦੱਸ। ਹੁਣ ਫੋਟੋ ਕਿਸੇ ਦੀ ਕਿਹੜੀ ਡੇਟ ਦੀ ਹੈ, ਕਦੋਂ ਦੀ ਹੈ, ਕਿਹੜੇ ਸਾਲ ਦੀ ਹੈ, ਕਿੱਥੇ ਘੁੰਮਦਿਆਂ ਦੀ ਹੈ, ਠੀਕ ਹੈ ਨਾ। ਉਸ ਬੰਦੇ ਦੀ ਫੋਟੋ ਤੁਹਾਡੀ ਜ਼ਿੰਦਗੀ 'ਚ ਤੁਹਾਡੇ ਦੋਸਤਾਂ ਨਾਲ, ਦੂਜਿਆਂ ਨਾਲ 1000 ਜਗ੍ਹਾ ਦੀਆਂ ਫੋਟੋ ਹੋਣਗੀਆਂ। ਤੇ ਇਹਦੇ 'ਚ ਫੋਟੋਆਂ 'ਤੇ ਹੁਣ ਕੀ ਕਮੈਂਟ ਕਰਕੇ ਇਹ ਵੀ ਸਵਾਲ ਚੱਲ ਰਿਹਾ ਹੈ ਕਿ ਪਹਿਲੀ ਵਾਰ ਹੋਏਗਾ ਕਿ ਜਿਹੜੇ ਲਾਇਸੈਂਸੀ ਹਥਿਆਰ ਨੇ ਉਹਨਾਂ ਹਥਿਆਰਾਂ ਨੂੰ ਕਹਿ ਕੇ ਫੋਰਸ ਬਣਾ ਦਿਓ ਕਿ ਗਨਮੈਨਾਂ ਨੂੰ ਫੋਰਸ ਬਣਾ ਦਿਓ। ਪਹਿਲਾਂ ਹੁੰਦੇ ਸੀ ਕਮਾਂਡੋ ਫੋਰਸ ਦਾ ਪ੍ਰੋਗਰਾਮ। ਨਹੀਂ, ਮੈਂ ਇਹੀ ਕਿਹਾ ਨਾ, ਪਾਕਿਸਤਾਨ ਵਾਲੇ ਚਾਈਨਾ ਮੈਂ ਇਹੀ ਚੀਜ਼ਾਂ ਪੁਆਇੰਟ ਆਊਟ ਕੀਤੀਆਂ ਨਾ ਵੀ ਨਾ ਤਾਂ ਕੋਈ ਉੱਦਾਂ ਦਾ ਹਥਿਆਰ ਲੱਭਿਆ। ਸਿੰਗਲ ਬੈਰਲ ਤੇ ਡਬਲ ਬੈਰਲ ਆਮ ਪਿੰਡਾਂ 'ਚ ਲੋਕਾਂ ਕੋਲ ਲਾਇਸੈਂਸੀ ਹਥਿਆਰ ਨੇ, ਜਿਨ੍ਹਾਂ ਦੇ ਕੋਲ ਮੋਟਰਾਂ ਬਾਹਰ ਨੇ, ਕੋਈ ਮੰਡ 'ਚ ਰਹਿੰਦੇ ਨੇ, ਕੋਈ ਦੂਜੇ ਰਹਿੰਦੇ ਨੇ। ਸਾਰਿਆਂ ਨੂੰ ਕੋਈ ਨਾ ਕੋਈ ਜਿਹੜੀ ਹੈ ਸੇਫਟੀ ਵਾਸਤੇ ਹਥਿਆਰ ਰੱਖਣਾ ਪੈਂਦਾ ਨੇੜੇ ਸਵੇਰੇ ਵਾਸਤੇ। ਨੈਸ਼ਨਲ ਮੀਡੀਆ ਵੀ ਬਹੁਤ ਜ਼ਿਆਦਾ ਪੰਜਾਬ ਨੂੰ ਸਿੱਖਣ ਨੂੰ ਬਦਨਾਮ ਕਰ ਤੇ ਅਸੀਂ ਇਹੀ ਤਾਂ ਕਹਿ ਰਹੇ ਹਾਂ, ਅਸੀਂ ਤਾਂ ਇਹੀ ਕਹਿ ਰਹੇ ਹਾਂ। ਮੈਂ ਇੱਕ ਚੀਜ਼ ਐਡ ਕਰਦੇ ਜੀ। ਤੁਸੀਂ ਜਿੰਨੀਆਂ ਹੁਣ ਤੱਕ ਮੈਂ ਤੁਹਾਨੂੰ 4-5 FIR ਗਿਣਾਈ ਹੈ ਜੀ, ਉਹ 4-5 FIR 'ਚ ਜੇ ਸਭ ਤੋਂ ਕੋਈ ਵੱਡਾ ਸੈਕਸ਼ਨ ਹੈ ਤਾਂ ਉਹ 307 ਹੈ। 307 ਅਟੈਂਪਟ ਟੂ ਮਰਡਰ ਜਾਂ ਆਰਮਸ ਐਕਟ ਸਭ ਤੋਂ ਵੱਡੇ ਸੈਕਸ਼ਨ ਨੇ ਸਾਰੀ FIR 'ਚ 2 ਨੇ। ਤੇ ਇਹੀ ਪਹਿਲੇ ਦਿਨ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਇਹ ਕੇਸ ਹੀ 307 ਆਰਮਸ ਐਕਟ ਦਾ ਸੀ। ਅਜਨਾਲੇ ਦੀ ਘਟਨਾ ਦੇ ਉੱਤੇ ਜੋ ਕੁਝ ਅਜਨਾਲੇ ਹੋਇਆ ਉਹਨੂੰ ਨਿੰਦਾ ਵੀ ਕੀਤੀ ਔਰ ਕਿਹਾ ਕਿ ਐਕਸ਼ਨ ਹੀ ਇਹ ਲੈਣਾ ਚਾਹੀਦਾ ਸੀ 307 ਦਾ। ਪਰ ਉਹਨੂੰ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਲੱਗੇ ਇਸ ਤਰੀਕੇ ਦੇ ਨਾਲ ਐਂਟੀ ਨੈਸ਼ਨਲ ਵਾਲੇ ਪਾਸੇ ਨੂੰ ਤੁਰੇ ਕਿ ਅੱਜ ਅਸੀਂ ਲਿਆ ਕੇ 10 ਦਿਨਾਂ ਬਾਅਦ ਵੀ ਉੱਥੇ ਹੀ ਖੜੇ ਆ। ਪਰਚੇ ਅੱਜ ਵੀ 307 ਦੇ ਤੇ ਆਰਮਸ ਐਕਟ ਦੇ ਨੇ। NSA ਨਹੀਂ ਲਗਾਣੀ ਜਾਣੀ ਚਾਹੀਦੀ ਸੀ। ਨਹੀਂ, NSA ਤਾਂ ਅਸੀਂ ਤਾਂ ਬੇਸ ਪੁੱਛਦੇ ਹਾਂ। ਤੁਸੀਂ ਲਾਉਣੀ ਹੈ, ਸਰਕਾਰ ਉਹ ਲਾਉਣੀ ਹੈ, ਉਹਦਾ ਬੇਸ ਤਾਂ ਦੱਸ ਦਿਓ। ਹੁਣ 10 ਦਿਨ ਹੋ ਗਏ। ਹੁਣ ਜਿਹੜਾ ਉਹ ਹੈਗਾ ਪ੍ਰਧਾਨ ਮੰਤਰੀ ਬਾਜੇਕਿਆਂ ਵਾਲਾ, ਕੀ ਉਹਦੇ ਤੇ ਦੱਸੋ ਵਿਚਾਰੇ ਨੇ ਵੀ ਉਹਦੇ ਪੀ ਸਵੇਰੇ ਪੱਠੇ ਲੈਣ ਚਲੇ ਗਿਆ ਜਾਂ ਸ਼ਾਮ ਨੂੰ ਚਲੇ ਗਿਆ ਸੀ ਜਾਂ ਵੀਡੀਓ ਪਾਤੀ ਵਿਚਾਰੇ ਨੇ ਕੀ ਲਾ ਦੋਗੇ ਉਹਦੇ ਤੇ ਦੱਸੋ। ਗਲੇਜ਼ਰ ਤੁਸੀਂ ਕਹਿੰਦੇ ਪਰਸੈਪਸ਼ਨ ਬਦਲੀ ਜਾ ਰਹੀ ਹੈ, ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ। ਜਿਹੜੇ ਮੈਪ ਦਾ ਉਹਨਾਂ ਦਾ ਜ਼ਿਕਰ ਤੁਸੀਂ ਵੀ ਕੀਤਾ ਤਸਵੀਰਾਂ ਦਾ, ਉਹ ਪੁਲਿਸ ਨੇ ਸਭ ਤੋਂ ਪਹਿਲਾਂ ਤੱਥ ਪੇਸ਼ ਕੀਤੇ, ਤਸਵੀਰਾਂ ਦਿਖਾਈਆਂ। ਤਾਂ ਪਰਸੈਪਸ਼ਨ ਕਿਆ ਪੁਲਿਸ ਬਦਲ ਰਹੀ ਹੈ ਜਾਂ ਪੁਲਿਸ ਤੋਂ ਬਦਲਵਾਈ ਜਾ ਰਹੀ ਹੈ? ਨਹੀਂ, ਜਿਹੜੀ ਪੁਲਿਸ ਉਹ ਮੈਪ ਦਿਖਾ ਰਹੀ ਹੈ ਉਹੀ ਬੇਕਸੂਰ ਨੌਜਵਾਨਾਂ ਨੂੰ ਵੀ ਚੱਕ ਰਹੀ ਹੈ ਨਾ। ਤਾਂ ਪਰਸੈਪਸ਼ਨ ਤਾਂ ਉੱਥੇ ਹੀ ਬਦਲ ਰਹੀ ਹੈ ਸਾਰੀ। ਕਿਹਦੇ ਕਹੇ ਤੇ ਕੰਮ ਹੋ ਰਿਹਾ, ਕੌਣ ਕਰਵਾ ਰਿਹਾ? ਇਹ ਕੇਂਦਰ ਕੇਜਰੀਵਾਲ ਸਾਹਿਬ ਤੋਂ ਕਰਾ ਰਿਹਾ, ਕੇਜਰੀਵਾਲ ਭਗਵੰਤ ਮਾਨ ਸਾਹਿਬ ਤੋਂ ਕਰਾ ਰਹੇ ਨੇ। ਉਹ ਚੀਮਾ ਸਾਹਿਬ ਨੇ ਬਾਰ-ਬਾਰ ਪ੍ਰੈਸ ਕਾਨਫਰੰਸ 'ਚ ਇਹ ਗੱਲ ਕਹੀ ਹੈ ਕਿ 10 ਦਿਨਾਂ ਬਾਅਦ NSA ਦਾ ਦੱਸੋ ਤਾਂ ਸਹੀ, ਸਰਕਾਰ ਨੂੰ ਦੱਸਣਾ ਤਾਂ ਪਊਗਾ ਨਾ ਕਿ NSA ਕਿਸ ਆਧਾਰ ਦੇ ਉੱਤੇ ਲੱਗੀ ਹੈ। ਸੋ ਪਰਸੈਪਸ਼ਨ ਤਾਂ ਸਾਡੀ ਆਪਣੀ ਸਰਕਾਰ ਸਾਡੀ ਬਦਲ ਰਹੀ ਹੈ। ਅਸੀਂ ਤਾਂ ਜਾਣਕਾਰੀ ਮੰਗ ਰਹੇ ਹੁਣ ਤਾਂ 10 ਦਿਨ ਹੋ ਗਏ, ਕਾਫੀ ਹੋ ਗਏ। ਉਹਨਾਂ ਦੇ ਕੇਸ ਲੜੇਗੀ ਗੱਲ
ਦੀ ਵੀਡੀਓ ਦਾ ਹੀ ਹੈ ਟ੍ਰੇਨਿੰਗ ਫਾਇਰਿੰਗ ਰੇਂਜ ਦੇ ਕਿ ਉਹਨਾਂ ਦੀ ਵੀ ਕਲੀਅਰ ਕਰ ਦਿਓ ਕਿ ਉਹਨਾਂ ਦੀ ਵੀ ਯਾਰ ਪਹਿਲਾਂ ਦੱਸਣ ਤਾਂ ਸਹੀ ਵੀ ਉਹਨਾਂ ਦੇ ਕੇਸ ਕੀ ਹੈ। ਵੀਡੀਓ ਵੀ ਆਈ ਕਿਸੇ ਦੇ ਹੁਣ ਕੋਈ ਆਪਣੇ ਕੋਈ ਰਾਈਫਲ ਨਵੀਂ ਲੈ ਕੇ ਤੇ ਖੇਤਾਂ 'ਚ ਉੱਥੇ ਬੈਠਾ ਕੋਈ 2 ਫਾਇਰ ਕਰਦਾ ਤੇ ਉਹਦੇ ਤੇ ਕੀ ਕੇਂਦਰ ਜਾ ਕੀ ਉੱਥੇ ਧਰ ਲਾਓਗੇ? ਉਹ ਲੜੇਗੀ ਕਿਆ ਉਹ ਵੀ ਅਕਾਲੀ ਦਲ ਉਹਦਾ ਕੇਸ ਲੜੂਗਾ? ਕਿਹਦੇ ਤੇ? ਨਹੀਂ, ਸਾਨੂੰ ਕੋਈ ਅਪਰੋਚ ਕਰੇਗਾ ਵੀ ਨਾ। ਮੇਰੇ ਨਾਲ ਜ਼ਿਆਦਤੀ ਹੋਈ ਹੈ, ਸਾਨੂੰ ਨਾ। ਲੱਗੇਗਾ ਅਸੀਂ ਲੜਾਂਗੇ, ਉਹਦੇ 'ਚ ਕੀ ਗੱਲ? ਅਗਰ ਗੈਰ ਲਾਇਸੈਂਸੀ ਹਥਿਆਰ ਵੀ ਉਹ ਵੀ ਆਰਮਸ ਐਕਟ ਦਾ ਵਿਸ਼ਾ, ਐਨਐਸਏ ਤੋਂ ਤੇ ਵੀ ਨਹੀਂ ਲੱਗ ਸਕਦਾ। ਜੋ ਕਿਸੇ ਤੇ ਦਫਾ ਬੰਦੀ ਉਹ ਹੀ ਲਾਓਗੇ ਨਾ, ਜੇ ਉਹਦਾ ਹਥਿਆਰ ਦਾ ਲਾਇਸੈਂਸ ਨਹੀਂ ਹੈ ਤੇ ਜੋ ਉਹਦੀ ਬਣਦੀ ਕਾਨੂੰਨ ਦੇ ਮੁਤਾਬਕ ਉੱਤੇ ਕਾਰਵਾਈ ਕਰ ਲਓ। ਨਾਲੇ ਤਾਂ ਉਹ ਅਸੀਂ ਕਦੋਂ ਕਹਿੰਦੇ ਆ ਜੇ ਕਿਸੇ ਦੇ ਉਦੋਂ ਵੀ ਅਸੀਂ ਕਿਹਾ ਸੀ ਵੀ ਜਿੰਨਾ ਕੋਈ ਕਿਸੇ ਦਾ ਕਸੂਰ ਹੈ, ਜੇ ਕਿਸੇ ਨੇ ਡੰਡਾ ਮਾਰਿਆ ਡੰਡੇ ਮਾਰੇ ਦਾ ਐਕਸ਼ਨ ਕਰ ਲਓ, ਠੀਕ ਹੈ। ਹੁਣ ਉਹਦੇ ਤੇ ਧੱਕੇ ਨਾਲ ਤੇ ਨਹੀਂ ਨਾ ਵੀ ਤੁਸੀਂ ਉਹਨੂੰ ਉੱਤੇ ਐਨਐਸਏ ਲਾ ਦਿਓ। ਪੁਲਿਸ ਕਲੇਮ ਕਰਦੀ ਆ ਪ੍ਰਾਈਵੇਟਲੀ ਫਾਇਰਿੰਗ ਰੇਂਜ ਬਣਾਈ ਹੋਈ ਸੀ। ਇਹ ਸਾਰੇ ਪਿੰਡਾਂ 'ਚ ਬਣੀਆਂ ਹੁੰਦੀਆਂ, ਨਹਿਰ ਦੇ ਕੰਢੇ ਫਾਇਰਿੰਗ ਰੇਂਜ ਹੀ ਹੁੰਦੀ ਹੈ। ਆ ਜਿੰਨੇ ਮੰਡ ਦੇ ਕੰਢੇ ਪਿੰਡਾਂ ਜਿੱਥੇ ਮਰਜ਼ੀ ਚਲਾਈ ਜਾਓ ਉੱਥੇ ਕੌਣ ਪੁੱਛਦਾ? ਆ ਟਿੱਬਿਆਂ ਵਾਲੇ ਪਿੰਡ ਨੇ ਉੱਥੇ ਫਾਇਰਿੰਗ ਰੇਂਜ ਹੁੰਦੀਆਂ ਸਾਰੀਆਂ, ਹੋਰ ਕੀ ਉਹ ਹੁੰਦੀਆਂ? 10 ਸਾਲ ਦੇ ਛੋਟੇ ਬੱਚੇ ਫਾਇਰਿੰਗ ਤੋਂ ਰੇਂਜ ਜਿੱਥੇ ਕੀ ਹੁੰਦੀ ਪਰਚਾ ਦਿੱਤਾ ਦੱਸੋ, ਹੋਰ ਕੀ ਹੁੰਦੀ ਉੱਥੇ? ਇਹ ਕਿਹੜਾ ਸਪੋਰਟਸ ਵਾਸਤੇ ਉਹਨਾਂ ਨੂੰ ਟਾਰਗੇਟ ਚਾਹੀਦੇ ਹੁੰਦੇ, ਉੱਦਾਂ ਹੀ ਚਲਾ ਕੇ ਦੇਖਣੀ ਹੁੰਦੀ। ਚੀਮਾ ਸਾਹਿਬ ਜਦੋਂ ਅਮਰਪਾਲ ਤੇ ਕਾਰਵਾਈ ਨਹੀਂ ਹੋਈ ਸੀ ਚੀਮਾ ਸਾਹਿਬ ਆਹੋ ਤੇ ਪਿੰਡਾਂ 'ਚ ਤੇ ਇੱਕ ਲਾਸਟ ਸਵਾਲ ਹੈ ਜੀ। ਜਦੋਂ ਅਮਰਪਾਲ ਤੇ ਕਾਰਵਾਈ ਨਹੀਂ ਸੀ ਹੋ ਰਹੀ ਉਦੋਂ ਅਕਾਲੀ ਦਲ ਦੇ ਆਗੂ ਕਹਿੰਦੇ ਸੀ ਕਿ ਕਾਰਵਾਈ ਕਰੋ। ਨਹੀਂ ਅਕਾਲੀ ਦਲ ਇਹ ਤਾਂ ਨਹੀਂ ਕਹਿੰਦਾ ਕਿ ਇੱਥੇ ਐਨਐਸਏ ਲਾ ਦਿਓ। ਉਹ ਤਾਂ ਜੇ 2 ਬੰਦੇ ਲੜਦੇ ਆ, ਕਿਸੇ ਦਾ ਦੂਜੇ ਨਾਲ ਲੜਦਾ ਤੇ ਜਿੰਨਾ ਕੋ ਹੁੰਦਾ ਅਗਲਾ ਕਹਿੰਦਾ ਜੀ ਮੇਰੀ ਕਾਰਵਾਈ ਕਰੋ। ਰੋਹਿਤ ਨਹੀਂ ਕਹਿੰਦਾ ਵੀ ਉਹਦਾ ਤੁਸੀਂ ਇਸ ਤਰ੍ਹਾਂ ਟ੍ਰੀਟਮੈਂਟ ਕਰੋ। ਜੇ ਤੁਹਾਡੇ ਨਾਲ ਕੋਈ ਲੜੇਗਾ ਤੁਸੀਂ ਇਹ ਕਹੋਗੇ ਦੇ ਖਿਲਾਫ ਐਕਸ਼ਨ ਲਓ, ਪਰ ਉਹਨਾਂ ਹੀ ਕਹੋਗੇ ਵੀ ਜਿੰਨਾ ਮੇਰੇ ਨੇ ਪੰਜਾਬੀ ਦੇ ਖਿਲਾਫ ਕੀਤੀ। ਉਹ ਤਾਂ ਨਾਰਮਲ ਰੂਟੀਨ ਤੇ ਦੁਨੀਆਦਾਰੀ ਆ। ਜੇ ਬਲੱਡ ਪ੍ਰੈਸ਼ਰ ਹੋਊਗਾ ਉਹਦੀ ਗੋਲੀ ਖਾਓਗੇ ਜੀ, ਓਪਨ ਹਾਰਟ ਸਰਜਰੀ ਥੋੜਾ ਕਰ ਦੇਣੀ ਹੈ ਉਹਦੀ ਬੰਦੇ ਦੀ। ਟਿੱਬਿਆਂ ਨੂੰ ਫਾਇਰਿੰਗ